ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 33ਵਾਂ। ਪਹਿਲੇ ਹਿੱਸੇ ਦੇ ਛੇਕੜਲੇ ਕਾਂਡ ਵਿੱਚ ਅਸਾਂ ਵੇਖਿਆ ਸੀ ਕਿ ਪ੍ਰੀਤਮ ਨੂੰ ਕਿਸੇ ਸਰਕਾਰੀ ਕੰਮ ਲਈ ਅੰਮ੍ਰਿਤਸਰ ਛੱਡ ਕੇ ਦਿੱਲੀ ਜਾਣਾ ਪਿਆ। ਸੋ ਅੱਜ ਅਸੀਂ ਉਸ ਨੂੰ ਦਿੱਲੀ ਵਿੱਚ ਵੇਖ ਰਹੇ ਹਾਂ। ਦਿੱਲੀ ਪਹੁੰਚ ਕੇ ਪ੍ਰੀਤਮ ਸਿੰਘ ਨੇ ਸਭ ਤੋਂ ਪਹਿਲਾਂ ਮਕਾਨ ਵਿੱਚ ਅਸਬਾਬ ਰਖਾਇਆ ਜਿਹੜਾ ਮਹਿਕਮੇ ਵੱਲੋਂ ਉਸ ਦੀ ਨੀਅਤ ਸੀ। ਹੈੱਡ ਆਫਿਸ ਵਿੱਚ ਜਾ ਕੇ ਉਸਨੇ ਸਿਟੀ ਇੰਸਪੈਕਟਰ ਨਾਲ ਮੁਲਾਕਾਤ ਕੀਤੀ, ਜਿਸ ਪਾਸੋਂ ਉਸਨੇ ਆਪਣੇ ਕੰਮ ਦਾ ਚਾਰਜ ਸਾਂਭਿਆ ਤੇ ਇਸ ਸੰਬੰਧੀ ਸਾਰਾ ਰਿਕਾਰਡ ਪ੍ਰਾਪਤ ਕੀਤਾ। ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਨਾਲੋਂ ਵੀ ਕਈ ਗੁਣਾ ਵਧੇਕ ਇੱਥੇ ਹਨੇਰਗਰਦੀ ਮੱਚੀ ਹੋਈ ਸੀ। ਚੋਰੀਆਂ, ਠੱਗੀਆਂ ਤੇ ਅਗਵਾ ਤੋਂ ਛੁੱਟ ਦਿਨ ਦੀਵੀਂ ਕਈਆਂ ਦੀਆਂ ਅੱਖਾਂ ਵਿੱਚ ਕੱਟਾ ਪਾ ਕੇ ਲੁੱਟ-ਪੁੱਟ ਲਿਆ ਜਾਂਦਾ ਹੈ। ਜਾਲੀ ਸਿੱਕੇ ਹਜ਼ਾਰਾਂ ਦੀ ਗਿਣਤੀ ਵਿੱਚ ਵੇਖੇ ਜਾਂਦੇ ਸਨ ਤੇ ਹੋਰ ਇਹੋ ਜਿਹੀਆਂ ਅਨੇਕਾਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨ। ਇਸ ਤੋਂ ਛੋਟੋ ਨੂੰ ਇੱਕ ਅਜਿਹੀ ਕੁੜੀ ਦਾ ਪਤਾ ਲੱਗਾ ਜਿਸ ਨੂੰ ਸ਼ਹਿਰੋਂ ਬਾਹਰ ਜਮਨਾ ਦੇ ਕੰਢੇ ਇੱਕ ਖੰਡਰ ਵਿੱਚ ਲਿਜਾ ਕੇ ਰੱਖਿਆ ਗਿਆ ਸੀ ਤੇ ਜਿਸ ਨੇ ਇੱਜ਼ਤ ਬਚਾਉਣ ਦੇ ਖਿਆਲ ਨਾਲ ਨਦੀ ਵਿੱਚ ਛਾਲ ਮਾਰ ਦਿੱਤੀ ਤੇ ਉਸ ਨੂੰ ਇੱਕ ਸ਼ਰੀਫ ਆਦਮੀ ਨੇ ਨਦੀ ਵਿੱਚੋਂ ਕੱਢ ਕੇ ਬਚਾਇਆ ਸੀ, ਜਿਸ ਦਾ ਨਾਂ ਉਸ ਨੂੰ ਸੁੰਦਰ ਦਾਸ ਦੱਸਿਆ ਗਿਆ। ਉੱਥੋਂ ਵਿਦਾ ਹੋ ਕੇ ਪ੍ਰੀਤਮ ਸਿੰਘ ਸੁੰਦਰ ਦਾਸ ਦੇ ਮਕਾਨ ਵੱਲ ਰਵਾਨਾ ਹੋਇਆ, ਜਿਸ ਦਾ ਪਤਾ ਟਿਕਾਣਾ ਦੱਸਣ ਤੋਂ ਛੁੱਟ ਪੁਲਿਸ ਸਟਾਫ ਨੇ ਉਹਨੂੰ ਇਹ ਵੀ ਦੱਸਿਆ ਸੀ ਕਿ ਉਹ ਉਸਦੇ ਕੰਮ ਵਿੱਚ ਪੂਰੀ ਮਦਦ ਕਰੇਗਾ। ਪ੍ਰੀਤਮ ਸਿੰਘ ਉਸ 2 ਮੰਜ਼ਲੇ ਮਕਾਨ ਅੱਗੇ ਜਾ ਰੁਕਿਆ, ਜਿਸ ਦਾ ਨੰਬਰ ਉਹੀ ਸੀ ਜਿਹੜਾ ਉਸਨੂੰ ਨੋਟ ਕਰਾਇਆ ਗਿਆ ਸੀ। ਘੰਟੀ ਦਾ ਸਵਿਚ ਦਬਾਉਣ ਤੋਂ ਬਾਅਦ ਉੱਪਰ ਤੱਕਿਆ, ਜਦਕਿ ਉਸਨੂੰ ਉੱਪਰਲੀ ਬਾਰੀ ਖੁੱਲਣ ਦਾ ਖੜਾਕ ਸੁਣਾਈ ਦਿੱਤਾ। ਉਹ ਹੱਕਾ ਬੱਕਾ ਹੀ ਰਹਿ ਗਿਆ ਜਦ ਉਸਦੀ ਨਜ਼ਰ ਬਾਰੀ ਵਿੱਚ ਖਲੋਤੇ ਆਦਮੀ ਉੱਤੇ ਪਈ, ਜਿਹੜਾ ਉਸਨੂੰ ਤੱਕਦਿਆਂ ਹੀ ਦਗੜ-ਦਗੜ ਕਰਦਾ ਪੌੜੀਆਂ ਉੱਤਰ ਆਇਆ ਤੇ ਫਿਰ ਉਹ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਜਕੜੇ ਹੋਏ ਸਨ। "ਓ ਸਵਾਮੀ ਸੇਵਾਦਾਸ ਹੋਰਾਂ ਨੂੰ ਵੇਖ ਰਿਹਾ ਹਾਂ ਮੈਂ।" "ਜੀ ਨਹੀਂ, ਤੁਸੀਂ ਉਸ ਨੂੰ ਵੇਖ ਰਹੇ ਹੋ ਜਿਸ ਦਾ ਅਸਲ ਨਾਂ ਸੁੰਦਰ ਦਾਸ ਹੈ। ਪਰ ਇਸ ਤਬਦੀਲੀ ਦਾ ਸਬੱਬ ਸਭ ਕੁਝ ਦੱਸਾਂਗਾ, ਚਲੋ ਉੱਪਰ।" ਤੇ ਫਿਰ ਦੋਵੇਂ ਉੱਪਰ ਜਾ ਪੁੱਜੇ। ਅੱਗੜ ਪਿਛੜ ਇੱਕੋ ਜਿੱਡੇ 2 ਕਮਰੇ ਸਨ। ਪ੍ਰੀਤਮ ਸਿੰਘ ਨੇ ਫਿਰਤੂ ਨਜ਼ਰ ਨਾਲ ਸਭਨੀ ਪਾਸੀ ਤੱਕਿਆ ਤੇ ਫਿਰ ਉਹ ਆਪਣੇ ਮੇਜ਼ਬਾਨ ਦਾ ਸੰਕੇਤ ਪਾ ਕੇ ਬੈਠ ਗਿਆ, ਉਸ ਦੇ ਨਾਲ ਇੱਕ 2 ਸੀਟਾਂ ਵਾਲੇ ਬੈਂਤ ਦੇ ਸੋਫੇ ਤੇ। ਝਟਕੂ ਦੋਵੇਂ ਚੁੱਪਚਾਪ ਬੈਠੇ ਇੱਕ ਦੂਜੇ ਵੱਲ ਇੰਜ ਤੱਕਦੇ ਰਹੇ ਜਿਵੇਂ ਤੱਕੇ ਹੋਏ ਉੱਤੇ ਉਹਨਾਂ ਨੂੰ ਵਿਸ਼ਵਾਸ ਨਾ ਹੋ ਰਿਹਾ ਹੋਵੇ। ਫਿਰ ਗੱਲਾਂ ਸ਼ੁਰੂ ਹੋਈਆਂ, ਬਹੁਤ ਲੰਮੀਆਂ ਤੇ ਸਵਿਸਤਾਰ ਤੇ ਗੱਲਾਂ ਦੇ ਹੀ ਸਿਲਸਿਲੇ ਵਿੱਚ ਸੁੰਦਰ ਦਾਸ ਨੇ ਪ੍ਰੀਤਮ ਸਿੰਘ ਦੀ ਜਿਗਿਆਸਾ ਮਿਟਾਉਣ ਲਈ ਆਪਣੇ ਨਾਂ ਦੀ ਤਬਦੀਲੀ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਕਿਵੇਂ ਉਹ ਪੁਸ਼ਪਾ ਵੱਲੋਂ ਨਿਰਾਸ਼ ਹੋ ਕੇ ਮੁੜਿਆ ਤੇ ਕਿਵੇਂ ਮਹਾਤਮਾ ਗਾਂਧੀ ਦੀ ਸੰਗਤ ਦਾ ਫਲਰੂਪ ਉਸਨੇ ਕਾਂਗਰਸ ਕਮੇਟੀ ਵਿੱਚ ਸ਼ਾਮਲ ਹੋ ਕੇ ਸਵਰਾਜ ਮੁਹਿੰਮ ਵਿੱਚ ਜੂਝਣਾ ਸ਼ੁਰੂ ਕੀਤਾ। ਇਹ ਸਾਰਾ ਕੁਝ ਉਸਨੇ ਸੁਣਾਇਆ। "ਓਹੋ," ਪ੍ਰੀਤਮ ਸਿੰਘ ਨੇ ਖੁਸ਼ੀ ਤੇ ਹੈਰਾਨੀ ਵਿੱਚ ਭਰ ਕੇ ਕਿਹਾ, "ਕਾਂਗਰਸ ਦੇ ਮਸ਼ਹੂਰ ਵਰਕਰ ਸੁੰਦਰ ਦਾਸ ਬਾਰੇ ਮੈਂ ਬਹੁਤ ਕੁਝ ਜਾਣਦਾ ਹਾਂ। ਉਸ ਦੀਆਂ ਬਾਅਸਰ ਤਕਰੀਰਾਂ ਤੇ ਤਹਿਰੀਰਾਂ ਦੀਆਂ ਸਾਰੇ ਦੇਸ਼ ਵਿੱਚ ਧੁੰਮਾਂ ਪਈਆਂ ਹੋਈਆਂ ਨੇ, ਪਰ ਮੈਨੂੰ ਕੀ ਪਤਾ ਸੀ ਕਿ ਇਹ ਸੁੰਦਰ ਦਾਸ ਨਾਂ ਦਾ ਬਹਿਰੂਪੀਆ ਉਹੀ ਹੈ ਸਾਡੀ ਪੁਸ਼ਪਾ ਦਾ ਗੁਰੂਦੇਵ ਸਵਾਮੀ ਸੇਵਾਦਾਸ।" ਤੇ ਉਹ ਕਹਿਕਾ ਮਾਰ ਕੇ ਹੱਸ ਪਿਆ। ਸੁੰਦਰ ਦਾਸ ਇੱਕ ਵਾਰੀ ਫਿਰ ਪ੍ਰੀਤਮ ਸਿੰਘ ਨੂੰ ਜੱਫੀ ਪਾ ਕੇ ਬੋਲਿਆ, "ਕੀ ਤੁਸੀਂ ਸੱਚਮੁੱਚ ਆ ਗਏ?" ਉਸ ਲਹਿਜੇ ਵਿੱਚ ਪ੍ਰੀਤਮ ਸਿੰਘ ਨੇ ਉਸਨੂੰ ਛਾਤੀ ਨਾਲ ਘੁੱਟਿਆ ਤੇ ਕਿਹਾ, "ਤੁਸੀਂ ਸੱਚਮੁੱਚ ਮਿਲ ਪਏ?" ਚੋਖਾ ਚਿਰ ਇਸ ਅਨੋਖੇ ਮਿਲਾਪ ਦੇ ਨਸ਼ੇ ਵਿੱਚ ਕੁਝ ਹਾਸੇ ਦੀਆਂ, ਕੁਝ ਰੋਸੇ ਦੀਆਂ ਤੇ ਕੁਝ ਬਹਿਬਲਤਾ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪ੍ਰੀਤਮ ਸਿੰਘ ਨੇ ਵੇਖਿਆ ਕਿ ਇਹ ਸਾਰੀ ਗੱਲਕਥ ਵਿੱਚ ਸੁੰਦਰ ਦਾਸ ਨੇ ਇੱਕ ਵਾਰੀ ਵੀ ਪੁਸ਼ਪਾ ਬਾਬਤ ਕੁਝ ਨਹੀਂ ਪੁੱਛਿਆ। ਕੀ ਸੁੰਦਰ ਦਾਸ ਪੁਸ਼ਪਾ ਨੂੰ ਭੁੱਲ ਗਿਆ ਹੈ? ਪ੍ਰੀਤਮ ਸਿੰਘ ਐਡਾ ਅਣਜਾਣ ਨਹੀਂ ਸੀ ਕਿ ਇਹ ਗਲਤ ਅੰਦਾਜ਼ਾ ਲਾਉਂਦਾ। ਉਹ ਜਾਣਦਾ ਸੀ ਕਿ ਸੁੰਦਰ ਦਾਸ ਦਾ ਇਸ ਵੇਲੇ ਰੋਮ-ਰੋਮ ਪੁਸ਼ਪਾ ਦੀਆਂ ਸੂਹਾਂ ਲੈਣ ਲਈ ਉਤਾਵਲਾ ਹੋ ਰਿਹਾ ਹੈ, ਪਰ ਕੋਈ ਰੁਕਾਵਟ ਹੈ ਜਿਸ ਨੇ ਉਸ ਨੂੰ ਰੋਕਿਆ ਹੋਇਆ ਹੈ। ਅੰਤ ਉਸਨੇ ਆਪ ਹੀ ਗੱਲ ਛੇੜੀ, "ਪੁਸ਼ਪਾ ਨੂੰ ਜਦ ਪਤਾ ਲੱਗੇਗਾ ਕਿ ਤੁਸੀਂ ਮਿਲ ਪਏ ਹੋ ਤਾਂ ਉਹ ਖੁਸ਼ੀ ਨਾਲ ਪਾਗਲ ਹੋ ਜਾਵੇਗੀ। ਤੁਸੀਂ ਮਹਾਤਮਾ ਜੀ ਆਪਣੀ ਚੇਲੀ ਨੂੰ 1 ਟਕੇ ਦਾ ਖੱਤ ਵੀ ਨਹੀਂ ਪਾ ਸਕਦੇ। ਜੇ ਤੁਸੀਂ ਚਲੇ ਆਉਣਾ ਸੀ ਉਹਨੂੰ ਮਿਲ ਕੇ ਤਾਂ ਆਉਂਦੇ, ਉਸਨੇ ਕੋਈ ਤੁਹਾਡੇ ਪੈਰਾਂ ਵਿੱਚ ਸੰਗਲ ਤਾਂ ਨਹੀਂ ਸਨ ਪਾ ਲੈਣੇ।" ਪੁਸ਼ਪਾ ਬਾਰੇ ਪ੍ਰੀਤਮ ਸਿੰਘ ਦੇ ਮੂੰਹੋਂ ਘੜੀ ਮੁੜੀ ਇਸ ਤਰ੍ਹਾਂ ਦੀਆਂ ਲਾ ਤਕੱਲਫ ਗੱਲਾਂ ਸੁਣ ਕੇ ਸੁੰਦਰ ਦਾਸ ਦੇ ਦਿਲ ਨੂੰ ਕਰਾਰੀ ਚੋਟ ਲੱਗੀ। ਉਸ ਦਾ ਖਿਆਲ ਸੀ ਕਿ ਜਿਸ ਪੁਸ਼ਪਾ ਲਈ ਉਦੋਂ ਐਡੀ ਸਰਗਰਮੀ ਨਾਲ ਵਰ ਦੀ ਤਲਾਸ਼ ਕੀਤੀ ਜਾ ਰਹੀ ਸੀ, ਨਾ ਕੇਵਲ ਤਲਾਸ਼ ਸਗੋਂ ਵਰ ਢੂੰਡ ਵੀ ਲਿਆ ਗਿਆ ਸੀ, ਉਹ ਹੁਣ ਤੱਕ ਕਦੇ ਦੀ ਵਿਆਹੀ ਗਈ ਹੋਵੇਗੀ, ਨਹੀਂ ਤਾਂ ਮੰਗੀ ਜ਼ਰੂਰ ਗਈ ਹੋਵੇਗੀ। ਉਸ ਦੇ ਦਿਲ ਦੇ ਜ਼ਖਮਾਂ ਤੇ ਹਜੇ ਮਾੜਾ ਜਿਹਾ ਹੀ ਅੰਗੂਰ ਆਇਆ ਸੀ। ਮਤੇ
ਮਸਾਂ ਕਿਤੇ ਮਨ ਨੂੰ ਮਾਰ ਕੁੱਟ ਕੇ ਉਹ ਪੁਸ਼ਪਾ ਦੀ ਦੁੱਖ ਭਰੀ ਯਾਦ ਨੂੰ ਭੁਲਾ ਸਕਿਆ ਸੀ ਕਿ ਪ੍ਰੀਤਮ ਸਿੰਘ ਦੀ ਉਪਰੋਕਤ ਗੱਲ ਨੇ ਉਸਦੇ ਜ਼ਖਮ ਉਧੇੜ ਸੁੱਟੇ। ਭੁੱਲੀ ਹੋਈ ਯਾਦ ਅੱਜ ਫਿਰ ਹਵਾੜ ਬਣ ਕੇ ਉਸਦੀ ਛਾਤੀ ਚੋਂ ਬਾਹਰ ਨਿਕਲਣ ਲਈ ਰਸਤਾ ਢੂੰਡਣ ਲੱਗੀ। ਉਸਨੇ ਕਿਸੇ ਤਰ੍ਹਾਂ ਹੌਂਕਿਆਂ ਨੂੰ ਰੋਕਿਆ ਤੇ ਮਹਿਸੂਸ ਕੀਤਾ ਕਿ ਜੇ ਇਹ ਗੱਲਬਾਤ ਇੱਥੇ ਹੀ ਖਤਮ ਨਾ ਹੋ ਗਈ ਤਾਂ ਖਬਰੇ ਉਹਦੀ ਕੀ ਹਾਲਤ ਹੋਵੇਗੀ। ਇਸ ਕਰਕੇ ਉਸਨੇ ਗੱਲ ਦਾ ਰੁਖ ਪਲਟ ਦਿੱਤਾ। ਅੱਛਾ ਸੁਣਾਓ, ਅੰਮ੍ਰਿਤਸਰ ਦਾ ਸੁਧਾਰ ਕਰਨ ਤੋਂ ਬਾਅਦ ਹੁਣ ਦਿੱਲੀ ਦੀ ਵਾਰੀ ਹੈ? ਜੀ ਹਾਂ, ਪ੍ਰੀਤਮ ਸਿੰਘ ਨੇ ਮਖੌਲ ਨਾਲ ਉੱਤਰ ਦਿੱਤਾ। ਅੰਮ੍ਰਿਤਸਰ ਦੀ ਬਦਬੂ ਸਾਫ਼ ਕਰਨ ਤੋਂ ਬਾਅਦ ਹੁਣ ਦਿੱਲੀ ਦੀਆਂ ਗਲੀਆਂ ਝਾੜਨ ਲਈ ਮੈਨੂੰ ਸੱਦਿਆ ਗਿਆ ਏ, ਪਰ ਐਤਕੀ ਤਾਂ ਤੁਸੀਂ ਵੀ ਇਸ ਵਿੱਚ ਸ਼ਰੀਕ ਜਾਪਦੇ ਹੋ। ਕਹਿਣ ਤੋਂ ਬਾਅਦ ਪ੍ਰੀਤਮ ਸਿੰਘ ਨੇ ਭੇਦ ਭਰੀ ਨਜ਼ਰ ਨਾਲ ਇੱਕ ਵਾਰੀ ਸੁੰਦਰਦਾਸ ਵੱਲ ਤੱਕਿਆ ਕਿ ਚੱਲ ਰਹੀ ਗੱਲਬਾਤ ਨੂੰ ਸੁੰਦਰਦਾਸ ਨੇ ਕਿਉਂ ਉਲਟਾਇਆ ਹੈ। ਕੀ ਇਹ ਪੁਸ਼ਪਾ ਸੰਬੰਧੀ ਗੱਲ ਕਰਨੀ ਨਹੀਂ ਚਾਹੁੰਦਾ? ਸ਼ਾਇਦ ਸੰਗਦਾ ਹੈ। ਇੰਨੇ ਖਿਆਲ ਪ੍ਰੀਤਮ ਸਿੰਘ ਦੇ ਦਿਲ ਵਿੱਚ ਆਏ, ਪਰ ਉਸਨੂੰ ਸਰਕਾਰੀ ਡਿਊਟੀ ਨਾਲੋਂ ਵੀ ਪੁਸ਼ਪਾ ਦੀ ਡਿਊਟੀ ਦੀ ਵਧੇਰੇ ਚਿੰਤਾ ਸੀ। ਇਸ ਕਰਕੇ ਉਹ ਸਰਕਾਰੀ ਕੰਮ ਦੀ ਗੱਲਬਾਤ ਨੂੰ ਪਛੇਤਾ ਪਾ ਕੇ ਇੱਕ ਵਾਰੀ ਫੇਰ ਸੁੰਦਰਦਾਸ ਦੇ ਦਿਲ ਨੂੰ ਟਟੋਲਣ ਲਈ ਕਹਿਣ ਲੱਗਾ, ਪਰ ਤੁਸੀਂ ਚੋਰਾਂ ਵਾਂਗ ਸਾਡੇ ਘਰ ਚੋਂ ਕਿਉਂ ਖਿਸਕਾਏ, ਇਹ ਤਾਂ ਦੱਸੋ। ਫੇਰ ਉਹੀ ਕਿੱਸਾ। ਸੁੰਦਰਦਾਸ ਦਾ ਦਿਲ ਖਿਜਿਆ, ਪਰ ਐਤਕੀ ਟਾਲ ਮਟੋਲ ਕਰਨਾ ਉਸਨੂੰ ਸਾਊ ਪੁਣੇ ਤੋਂ ਵਿਰੁੱਧ ਜਾਪਿਆ। ਉਸਨੇ ਦਿਲ ਨੂੰ ਕਰੜਾ ਕਰਕੇ ਉੱਤਰ ਦਿੱਤਾ, ਕੋਈ ਖਾਸ ਕਾਰਨ ਤਾਂ ਨਹੀਂ ਸੀ, ਐਵੇਂ ਹੀ ਬੈਠਿਆਂ ਬੈਠਿਆਂ ਦਿਲ ਉਦਾਸ ਹੋ ਗਿਆ। ਇਸ ਤੋਂ ਬਾਅਦ ਪ੍ਰੀਤਮ ਸਿੰਘ ਨੇ ਵੇਰਵੇ ਨਾਲ ਉਹ ਸਾਰੀਆਂ ਗੱਲਾਂ ਸੁੰਦਰਦਾਸ ਨੂੰ ਸੁਣਾਈਆਂ ਜਿਹੜੀਆਂ ਉਹਨੇ ਪੁਸ਼ਪਾ ਤੋਂ ਸੁਣੀਆਂ ਸਨ। ਕਿਸੇ ਗੱਲ ਦਾ ਵੀ ਉਸਨੇ ਲੁਕਾ ਨਾ ਰੱਖਿਆ। ਸੁੰਦਰਦਾਸ ਦੀ ਯਾਦ ਵਿੱਚ ਜਿਸ ਤਰ੍ਹਾਂ ਉਹ ਦਿਨ ਰਾਤ ਘੁਲ ਕੇ ਆਪਣੇ ਆਪ ਨੂੰ ਗਾਲ ਰਹੀ ਸੀ, ਇਹ ਸਭ ਕੁਝ ਉਸ ਕਹਿ ਸੁਣਾਇਆ। ਇਸ ਤੋਂ ਛੁੱਟ ਉਹਨੇ ਉਸ ਬਣਮਾਹ ਨੂੰ ਸੋਹਣ ਸਿੰਘ ਬਾਰੇ ਵੀ ਸਾਰੀ ਗੱਲ ਸੁਣਾਈ, ਜਿਹੜਾ ਪੁਸ਼ਪਾ ਨੂੰ ਪਸੰਦ ਕਰਨ ਆਇਆ ਪਰ ਫਟਕਾਰਾਂ ਖਾ ਕੇ ਗਿਆ ਸੀ। ਸੁੰਦਰਦਾਸ ਦਾ ਗਿਆ ਗੁਜ਼ਰਿਆ ਉਤਸ਼ਾਹ ਮੁੜਨ ਲੱਗਾ। ਨਿਰਾਸ਼ਤਾ ਦੀ ਡਰਾਉਣੀ ਰਾਤ ਵਿੱਚੋਂ ਆਸ ਪ੍ਰਭਾਤ ਦੀ ਕਿਰਨ ਫੁੱਟ ਨਿਕਲੀ। ਮੁਰਝਾਏ ਦਿਲ ਵਿੱਚ ਖੇੜਾ ਆਉਣ ਲੱਗਾ, ਪਰ ਮੁੱਕੀਆਂ ਰੀਝਾਂ ਵਿੱਚ ਜੀਵਨ ਸੱਤਾ ਰੁਮਕਣ ਲੱਗੀ। ਵੇਖਦਿਆਂ ਹੀ ਵੇਖਦਿਆਂ ਸੁੰਦਰਦਾਸ ਦਾ ਚਿਹਰਾ ਚਮਕ ਪਿਆ। ਉਸਦੇ ਦਿਲ ਨੇ ਕਿਹਾ ਕਿ ਜੀਵਨ ਦੇ ਇਸ ਨਿਰਾਸ਼ ਆਕਾਸ਼ ਵਿੱਚ ਹਜੇ ਵੀ ਆਸ ਦਾ ਚੰਦਰਮਾ ਚੜ੍ਹਨ ਦੀ ਉਮੀਦ ਬਾਕੀ ਹੈ। ਪ੍ਰੀਤਮ ਸਿੰਘ ਝਾੜ ਪਾਉਣ ਦੇ ਲਹਿਜੇ ਵਿੱਚ ਬੋਲਿਆ, ਪਰ ਜੇ ਕਦੇ ਮੈਂ ਉੱਥੇ ਹੁੰਦਾ ਤਾਂ ਵੇਖਦਾ ਤੁਸੀਂ ਕਿਵੇਂ ਨੱਸ ਸਕਦੇ ਸੀ। ਇੱਕ ਕਮਜ਼ੋਰ ਕੁੜੀ ਪਾਸੋਂ ਲੜ ਛੁਡਾ ਕੇ ਉੱਠ ਭੱਜਣਾ ਸੁਖਾਲਾ ਹੈ, ਪਰ ਮੇਰੇ ਵਰਗੇ ਪਾਸੋਂ ਬਹੁਤ ਮੁਸ਼ਕਿਲ। ਉਸੇ ਤਰ੍ਹਾਂ ਮਖੌਲ ਵਿੱਚ ਸੁੰਦਰਦਾਸ ਨੇ ਉੱਤਰ ਦਿੱਤਾ, ਜੇ ਤੁਸੀਂ ਭਗੌੜਿਆਂ ਨੂੰ ਬਚ ਕੇ ਨਿਕਲਣ ਜਾਣਦੇ ਹੋ ਤਾਂ ਫਿਰ ਪੁਲਸੀਏ ਕੀ ਹੋਏ, ਆਖਰ ਤੁਸਾਂ ਆਪਣੇ ਭਗੌੜੇ ਨੂੰ ਆਹੀ ਫੜਿਆ। ਪ੍ਰੀਤਮ ਸਿੰਘ ਮੁਸਕਰਾਉਂਦਾ ਹੋਇਆ ਬੋਲਿਆ, ਸਿਰਫ ਭਗੌੜਾ ਹੀ ਕਿਉਂ, ਚੋਰ ਵੀ। ਚੋਰੀ ਤਾਂ ਮੈਂ ਸਰਦਾਰ ਜੀ ਜਿੱਥੋਂ ਤੀਕ ਸਮਝਦਾ ਹਾਂ ਤੁਹਾਡੀ ਕੋਈ ਨਹੀਂ ਕੀਤੀ। ਕਦੇ ਚੋਰ ਵੀ ਆਪਣੇ ਮੂੰਹੋਂ ਚੋਰੀ ਦਾ ਇਕਬਾਲ ਕਰਦਾ ਹੈ, ਪਰ ਪੁਲਸੀਆਂ ਦੀ ਇਹ ਵੀ ਤਾਂ ਖਸਲਤ ਹੈ ਕਿ ਮਾਰ ਕੁੱਟ ਕੇ ਇੱਕ ਬੇਕਸੂਰ ਤੋਂ ਵੀ ਜ਼ੁਰਮ ਦਾ ਇਕਬਾਲ ਕਰਾ ਲੈਂਦੇ ਨੇ। ਇਸ ਨਾਲ ਕੀ ਹੋ ਸਕਦਾ ਹੈ? ਆਖਰ ਤਾਂ ਮੁਕੱਦਮੇ ਦਾ ਚਲਾਨ ਕਿਸੇ ਅਦਾਲਤ ਵਿੱਚ ਹੀ ਹੁੰਦਾ ਹੈ। ਜੇ ਮੁਲਜ਼ਮ ਸੱਚਮੁੱਚ ਬੇਕਸੂਰ ਹੋਵੇ ਤਾਂ ਉਹ ਅਦਾਲਤ ਵਿੱਚ ਆਪਣੀ ਬੇਕਸੂਰੀ ਦਾ ਸਬੂਤ ਪੇਸ਼ ਕਰ ਸਕਦਾ ਹੈ। ਤਾਂ ਇਸ ਦਾ ਇਹ ਮਤਲਬ ਹੋਇਆ ਕਿ ਤੁਸੀਂ ਬਦੋ-ਬਦੀ ਮੈਨੂੰ ਕਸੂਰਵਾਰ ਠਹਿਰਾਉਣਾ ਚਾਹੁੰਦੇ ਹੋ। ਬਦੋ-ਬਦੀ ਨਹੀਂ, ਤੁਸੀਂ ਸੱਚਮੁੱਚ ਕਸੂਰਵਾਰ ਹੋ। ਕੀ ਤੁਸੀਂ ਮੇਰੇ ਘਰ ਵਿੱਚੋਂ ਕਿਸੇ ਕੀਮਤੀ ਚੀਜ਼ ਦੀ ਚੋਰੀ ਨਹੀਂ ਕੀਤੀ? ਚਲੋ ਮੰਨਿਆ, ਪਰ ਕੀ ਮੈਂ ਪੁੱਛ ਸਕਦਾ ਹਾਂ ਕਿ ਇਸ ਕੇਸ ਦਾ ਚਲਾਨ ਕਿਹੜੀ ਅਦਾਲਤ ਵਿੱਚ ਕੀਤਾ ਜਾਏਗਾ? ਪੁਸ਼ਪਾਵਤੀ ਦੀ ਅਦਾਲਤ ਵਿੱਚ, ਪ੍ਰੀਤਮ ਸਿੰਘ ਨੇ ਹਾਸੇ ਭਰੀ ਦ੍ਰਿੜਤਾ ਵਿੱਚ ਕਿਹਾ। ਸੁੰਦਰਦਾਸ ਨੇ ਝੇਪ ਕੇ ਕਿਹਾ, ਫਿਰ ਤਾਂ ਮੈਨੂੰ ਇਨਸਾਫ ਦੀ ਉਮੀਦ ਹੁਣ ਤੋਂ ਹੀ ਛੱਡ ਦੇਣੀ ਚਾਹੀਦੀ ਹੈ। ਜਿੱਥੇ ਪੁਲਿਸ ਤੇ ਅਦਾਲਤ ਦਾ ਇਤਨਾ ਨੇੜੇ ਦਾ ਰਿਸ਼ਤਾ ਹੋਵੇ, ਉਥੋਂ ਇਨਸਾਫ ਦੀ ਆਸ ਕੌਣ ਕਰ ਸਕਦਾ ਹੈ? ਇਸ ਤੋਂ ਅੱਗੇ ਖੁਸ਼ੀ ਭਰੀ ਖਾਮੋਸ਼ੀ ਨੇ ਦੋਹਾਂ ਦੇ ਬੁੱਲ ਮੀਟ ਦਿੱਤੇ। ਬਹਿਸ ਇੱਥੇ ਹੀ ਖਤਮ ਹੋ ਗਈ। ਦੋਵੇਂ ਦਿਲ ਖੁਸ਼ੀ ਨਾਲ ਹੁਲਾਰੇ ਲੈ ਰਹੇ ਸਨ। ਕੁਝ ਚਿਰ ਠਹਿਰ ਕੇ ਪ੍ਰੀਤਮ ਸਿੰਘ ਨੇ ਆਪਣੇ ਸਰਕਾਰੀ ਕੰਮ ਸੰਬੰਧੀ ਗੱਲਬਾਤ ਸ਼ੁਰੂ ਕਰ ਦਿੱਤੀ। ਸੱਚ ਤੁਸਾਂ ਜਿਸ ਲੜਕੀ ਨੂੰ ਦਰਿਆ ਚੋਂ ਕੱਢਿਆ ਸੀ ਉਸਦਾ ਕੀ ਹਾਲ ਜੇ? ਚਲੋ ਤੁਹਾਨੂੰ ਦਿਖਾਵਾਂ। ਕੱਲ ਉਹ ਕੁਝ ਹੋਸ਼ ਵਿੱਚ ਆਈ ਸੀ। ਕੁਝ ਗੱਲਾਂ ਵੀ ਉਸਨੇ ਕੀਤੀਆਂ ਸਨ, ਪਰ ਥੋੜੀ ਦੇਰ ਪਿੱਛੋਂ ਫਿਰ ਬੇਹੋਸ਼ ਹੋ ਗਈ। ਸਿਰਫ ਉਹ ਆਪਣੇ ਮੁਹੱਲੇ ਦਾ ਨਾਂ ਹੀ ਦੱਸ ਸਕੀ ਸੀ। ਤੇ ਤੁਸੀਂ ਉਸਦੇ ਦੱਸੇ ਹੋਏ ਮੁਹੱਲੇ ਵਿੱਚ ਗਏ ਸੋ? ਕੱਲ ਤਾਂ ਨਹੀਂ ਜਾ ਸਕਿਆ ਕਿਉਂਕਿ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਰਾਤੀ ਵੀ ਕਾਫੀ ਰਾਤ ਮੈਨੂੰ ਜਾਗਦਿਆਂ ਹੀ ਕੱਟਣੀ ਪਈ, ਪਰ ਅੱਜ ਸਵੇਰ ਤੋਂ ਉਸਦੀ ਹਾਲਤ ਫਿਰ ਕੁਝ ਚੰਗੀ ਸੀ। ਸੋ ਹਜੇ 2 ਘੰਟੇ ਹੀ ਹੋਏ ਨੇ ਮੈਂ ਉਹਨੂੰ ਨਰਸ ਦੇ ਸਪੁਰਦ ਕਰਕੇ ਉਹਦੇ ਮੁਹੱਲੇ ਵਿੱਚ ਗਿਆ ਸਾਂ। ਉਥੋਂ ਥੋੜਾ ਚਿਰ ਹੋਇਆ ਆ ਰਿਹਾ ਹਾਂ। ਫਿਰ ਪਤਾ ਲੱਗਾ ਕੁਝ?
ਜੋ ਕੁਝ ਪਤਾ ਲੱਗਾ ਹੈ ਉਹ ਇਸ ਨਾਲੋਂ ਵੀ ਨਿਰਾਸ਼ਤਾ ਭਰਿਆ ਹੈ ਕਿ ਮੁਹੱਲੇ ਵਾਲਿਆਂ ਤੋਂ ਪਤਾ ਲੱਗਾ ਕਿ ਉਸਦੇ ਮਾਲਕ ਦਾ ਨਾਂ ਰੂਪਲਾਲ ਸੀ ਦਾ ਕੀ ਮਤਲਬ ਕਿ ਤੁਸੀਂ ਰੂਪਲਾਲ ਨੂੰ ਮਿਲੇ ਨਹੀਂ ਕਿਉਂ? ਇਸ ਲਈ ਕਿ ਉਹ 4-5 ਦਿਨਾਂ ਤੋਂ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਦੀ ਹਿਰਾਸਤ ਵਿੱਚ ਕਿਉਂ? ਮੁਹੱਲੇ ਵਾਲਿਆਂ ਤੋਂ ਪਤਾ ਲੱਗਾ ਕਿ ਤਲਾਸ਼ੀ ਵਿੱਚ ਰੂਪਲਾਲ ਦੇ ਅੰਦਰੋਂ ਇੱਕ ਪਿਸਤੌਲ ਤੇ ਕੁਝ ਕਾਰਤੂਸ ਨਿਕਲੇ ਸਨ, ਪਰ ਮੈਨੂੰ ਇਹ ਮਾਮਲਾ ਕੁਝ ਸ਼ੱਕੀ ਮਾਲੂਮ ਹੋਇਆ ਕਿਉਂਕਿ ਜਿਸ ਦੁਪਹਿਰੇ ਮਨੋਰਮਾ ਗੁੰਮ ਹੁੰਦੀ ਹੈ ਉਸੇ ਸ਼ਾਮ ਰੂਪਲਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਪ੍ਰੀਤਮ ਸਿੰਘ ਸਮਝ ਗਿਆ ਕਿ ਇਹ ਕੰਮ ਕਿਸੇ ਇਕੱਲੇ ਦੁਕੱਲੇ ਆਦਮੀ ਦਾ ਨਹੀਂ, ਸਗੋਂ ਇਸ ਵਿੱਚ ਬਹੁਤ ਸਾਰਿਆਂ ਦਾ ਹੱਥ ਹੈ ਤੇ ਰੂਪਲਾਲ ਦੀ ਗ੍ਰਿਫਤਾਰੀ ਵੀ ਇਸੇ ਦਾ ਹੀ ਫਲ ਹੈ। ਦੋਵੇਂ ਉੱਥੋਂ ਉੱਠ ਕੇ ਮਨੋਰਮਾ ਵਾਲੇ ਕਮਰੇ ਵਿੱਚ ਪਹੁੰਚੇ। ਨੀਂਦ ਦੀ ਹਾਲਤ ਵਿੱਚ ਉਹ ਦੋਵੇਂ ਹੱਥ ਸੀਨੇ ਤੇ ਸੁੱਟੀ ਲੰਮੀ ਪਈ ਸੀ। ਪ੍ਰੀਤਮ ਸਿੰਘ ਦੀ ਨਜ਼ਰ ਉਸ ਉੱਤੇ ਪਈ। ਮਨੋਰਮਾ ਦੀਆਂ ਅੱਧ ਮੀਟੀਆਂ ਅੱਖਾਂ ਥੱਲੇ ਦੱਬੇ ਹੋਏ ਸੁਹੱਪਣ ਦਾ ਇੱਕ ਦਿਲ ਟੁੰਬਵਾਂ ਪ੍ਰਭਾਵ ਉਸਦੇ ਹਿਰਦੇ ਤੇ ਪਿਆ। ਉਸਦੇ ਗੋਰੇ ਮੱਥੇ ਉੱਤੇ ਬਿਖਰੇ ਹੋਏ ਕੇਸਾਂ ਵਿੱਚ ਕੋਈ ਜਾਦੂ ਭਰੀ ਖਿੱਚ ਉਸਨੂੰ ਜਾਪੀ। ਮਨੋਰਮਾ ਦਾ ਮਾਸੂਮ ਜਿਹਾ ਮੁਖੜਾ ਮਾਨੋ ਬੁੱਲਾਂ ਦੇ ਜੰਦਰੇ ਅੰਦਰ ਕੋਈ ਦਰਦ ਕਹਾਣੀ ਲੁਕਾਈ ਬੈਠਾ ਸੀ। ਉਸਦੀ ਹਿੱਕ ਦਾ ਉਭਾਰ ਉਤਾਰ ਵੇਖ ਕੇ ਪ੍ਰੀਤਮ ਸਿੰਘ ਦੇ ਦਿਲ ਨੇ ਹਮਦਰਦੀ ਭਰਿਆ ਮਿੱਠਾ ਜਿਹਾ ਦਰਦ ਮਹਿਸੂਸ ਕੀਤਾ, ਮਾਨੋ ਉਸਦੀ ਰੂਹ ਮਨੋਰਮਾ ਦੇ ਸੀਨੇ ਵਿੱਚ ਵੜ ਕੇ ਉਸਦੇ ਦੁੱਖ ਦੇ ਜ਼ਖਮਾਂ ਉੱਤੇ ਕੋਈ ਨਿੱਘ ਭਰਿਆ ਫਹਿਆ ਰੱਖ ਰਹੀ ਸੀ। ਥੋੜੀ ਦੇਰ ਬਾਅਦ ਮਨੋਰਮਾ ਤੱਕੀ। ਉਸਦੀ ਨਜ਼ਰ ਸੁੰਦਰ ਦਾਸ ਉੱਤੇ ਸੀ, ਜਿਹੜਾ ਕੁਰਸੀ ਤੇ ਬੈਠਾ ਉਸ ਵੱਲ ਤੱਕ ਰਿਹਾ ਸੀ। ਸ਼ਾਇਦ ਇਸ ਦੁਬਾਰਾ ਤੱਕਣ ਦੇ ਦੌਰਾਨ ਵਿੱਚ ਮਨੋਰਮਾ ਕੁਝ ਸੋਚ ਸਕੀ। ਉਸਨੇ ਕਮਜ਼ੋਰ ਆਵਾਜ਼ ਵਿੱਚ ਸੁੰਦਰ ਦਾਸ ਨੂੰ ਪੁੱਛਿਆ, ਬਾਬੂ ਜੀ ਤੁਸੀਂ ਉਧਰ ਗਏ ਸੀ? ਸੁੰਦਰ ਦਾਸ ਬੋਲਿਆ, ਮਨੋਰਮਾ ਤੇਰਾ ਪਤੀ ਹੁਣੇ ਆ ਜਾਵੇਗਾ। ਇਹ ਉਹੀ ਪੁਲਿਸ ਅਫਸਰ ਨੇ ਜਿਨ੍ਹਾਂ ਨੂੰ ਸਰਕਾਰ ਨੇ ਬਦਮਾਸ਼ਾਂ ਦੇ ਫੜਨ ਲਈ ਮੰਗਾਇਆ ਏ। ਇੱਕ ਵਾਰੀ ਫਿਰ ਪਤੀ ਵਿਛੋੜੇ ਦਾ ਜ਼ਖਮ ਹਟਕੋਰਾ ਉਸਨੂੰ ਆਇਆ। ਉਹ ਸਿਰ ਨੂੰ ਇੱਧਰ ਉੱਧਰ ਫੇਰ ਕੇ ਤੱਕਦੀ ਹੋਈ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਤੇ ਨਾਲ ਹੀ ਕਹਿੰਦੀ ਗਈ, ਉਹ ਹਜੇ ਤੀਕ ਨਹੀਂ ਆਏ। ਸੁੰਦਰ ਦਾਸ ਨੇ ਉਸਨੂੰ ਸਮਝਾਉਣਾ ਸ਼ੁਰੂ ਕੀਤਾ। ਪ੍ਰੀਤਮ ਸਿੰਘ ਨੇ ਚਾਹਿਆ ਕਿ ਮਨੋਰਮਾ ਪਾਸੋਂ ਉਸਦੇ ਮਾਮਲੇ ਸੰਬੰਧੀ ਕੁਝ ਪੁੱਛੇ, ਪਰ ਸੁੰਦਰ ਦਾਸ ਨੇ ਉਹਨੂੰ ਰੋਕ ਦਿੱਤਾ ਕਿਉਂਕਿ ਉਸਨੂੰ ਖਤਰਾ ਸੀ ਮਨੋਰਮਾ ਕਿਤੇ ਬੇਹੋਸ਼ ਨਾ ਹੋ ਜਾਵੇ। ਉਸਦੇ ਖਿਆਲ ਵਿੱਚ ਮਨੋਰਮਾ ਨੂੰ ਹਜੇ ਹੋਰ ਇੱਕ ਅੱਧ ਦਿਨ ਚੁੱਪ ਰਹਿਣ ਦੇਣਾ ਹੀ ਠੀਕ ਸੀ, ਪਰ ਪ੍ਰੀਤਮ ਸਿੰਘ ਲਈ ਟਿਕ ਬੈਠਣਾ ਮੁਸ਼ਕਿਲ ਸੀ। ਉਹ ਛੇਤੀ ਤੋਂ ਛੇਤੀ ਆਪਣੇ ਕੰਮ ਨੂੰ ਆਰੰਭ ਕਰਨਾ ਚਾਹੁੰਦਾ ਸੀ। ਸੁੰਦਰ ਦਾਸ ਨੇ ਮਨੋਰਮਾ ਨੂੰ ਚੰਗੀ ਤਰ੍ਹਾਂ ਰਜਾਈ ਨਾਲ ਕੱਜ ਦਿੱਤਾ। ਫਿਰ ਦੋਵੇਂ ਬਾਹਰ ਨਿਕਲ ਆਏ। ਹੁਣ ਸੁੰਦਰ ਦਾਸ ਨੂੰ ਮਨੋਰਮਾ ਦੇ ਰਾਜੀ ਹੋ ਜਾਣ ਵਿੱਚ ਕੋਈ ਸੰਦੇਹ ਨਹੀਂ ਸੀ। ਬਾਹਰ ਆ ਕੇ ਦੋਵੇਂ ਚੋਖਾ ਚਿਰ ਇਸ ਮਾਮਲੇ ਉੱਤੇ ਵਿਚਾਰਾਂ ਕਰਦੇ ਰਹੇ। ਰਸੋਈਏ ਨੇ ਰੋਟੀ ਖਾਣ ਲਈ ਆਖਿਆ। ਪ੍ਰੀਤਮ ਸਿੰਘ ਨੂੰ ਖੁਦਕੁਤੀ ਲੱਗੀ ਹੋਈ ਸੀ ਕਿ ਕਿਹੜਾ ਵੇਲਾ ਹੋਵੇ ਜੋ ਉਸਨੂੰ ਮਨੋਰਮਾ ਪਾਸੋਂ ਇਸ ਮਾਮਲੇ ਦੀ ਸੂਹ ਮਿਲੇ। ਰੋਟੀ ਖਾਂਦਾ ਹੋਇਆ ਉਹ ਸੋਚ ਰਿਹਾ ਸੀ, ਉਹ ਸੰਤ ਕਿਹੜਾ ਹੈ ਜਿਸ ਬਾਬਤ ਸੁੰਦਰ ਦਾਸ ਨੇ ਦੱਸਿਆ ਹੈ ਕਿ ਮਨੋਰਮਾ ਬਰੜਾਈ ਸੀ। ਉਸਨੇ ਸੁੰਦਰ ਦਾਸ ਤੋਂ ਇਹ ਵੀ ਸੁਣਿਆ ਸੀ ਕਿ ਮਨੋਰਮਾ ਕਥਾ ਸੁਣਨ ਲਈ ਮੁੜ ਘਰ ਨਹੀਂ ਸੀ ਪਰਤੀ। ਥੋੜੀ ਦੇਰ ਉੱਥੇ ਠਹਿਰ ਕੇ ਪ੍ਰੀਤਮ ਸਿੰਘ ਨੇ ਸਭ ਤੋਂ ਪਹਿਲਾਂ ਪੁਸ਼ਪਾ ਨੂੰ ਸਾਰੇ ਵੇਰਵੇ ਸਣੇ ਇੱਕ ਚਿੱਠੀ ਲਿਖੀ ਤੇ ਇਸ ਕੰਮੋਂ ਵਿਹਲਾ ਹੁੰਦਿਆਂ ਹੀ ਉਹ ਮਕਾਨ ਤੋਂ ਬਾਹਰ ਨਿਕਲਿਆ। ਇੱਕ ਤਾਂ ਸੰਤ ਦਾ ਪਤਾ ਕਰਨ ਲਈ ਤੇ ਦੂਜਾ ਰੂਪਲਾਲ ਨਾਲ ਮੁਲਾਕਾਤ ਕਰਨ ਲਈ। ਉਹ ਸੋਚਦਾ ਸੀ ਰੂਪਲਾਲ ਹਜੇ ਤੱਕ ਹਵਾਲਾਤ ਵਿੱਚ ਹੀ ਹੋਵੇਗਾ। ਇਸ ਤੋਂ ਛੋਟੋ ਪੁਰਾਣੇ ਖੰਡਰ ਨੂੰ ਇੱਕ ਵਾਰੀ ਵੇਖਣਾ ਚਾਹੁੰਦਾ ਸੀ। ਸੁੰਦਰ ਦਾਸ ਨੂੰ ਵੀ ਉਸਨੇ ਨਾਲ ਲੈ ਜਾਣਾ ਚਾਹਿਆ, ਪਰ ਮਨੋਰਮਾ ਇਕੱਲੀ ਹੋਣ ਕਰਕੇ ਉਸਨੂੰ ਇਕੱਲਿਆਂ ਹੀ ਜਾਣਾ ਪਿਆ। ਅੰਕ 34ਵਾਂ। ਪ੍ਰੀਤਮ ਸਿੰਘ ਮਨੋਰਮਾ ਦੇ ਮੁਹੱਲੇ ਵਿੱਚ ਗਿਆ, ਪਰ ਉੱਥੋਂ ਉਹਨੂੰ ਕੁਝ ਬਹੁਤਾ ਪਤਾ ਨਾ ਲੱਗ ਸਕਿਆ। ਕਾਰਨ ਰੂਪਲਾਲ ਨੂੰ ਉਸ ਮੁਹੱਲੇ ਵਿੱਚ ਆਇਆ ਹਜੇ ਗਿਣਤੀ ਦੇ ਦਿਨ ਹੀ ਹੋਏ ਸਨ। ਕਿਸੇ ਨਾਲ ਉਹਦੀ ਜਾਣ ਪਛਾਣ ਨਹੀਂ ਸੀ। ਗੁਆਂਢੀਆਂ ਤੋਂ ਉਸਨੂੰ ਇੰਨਾ ਹੀ ਪਤਾ ਲੱਗ ਸਕਿਆ ਕਿ ਕੁਝ ਦਿਨ ਹੋਏ ਇੱਕ ਬਿਮਾਰ ਜਿਹਾ ਪਰਦੇਸੀ ਆਪਣੀ ਵਹੁਟੀ ਸਣੇ ਇੱਥੇ ਆ ਟਿਕਿਆ ਸੀ ਤੇ 4-5 ਦਿਨਾਂ ਦੀ ਗੱਲ ਹੈ ਕਿ ਪੁਲਿਸ ਉਹਨੂੰ ਫੜ ਕੇ ਲੈ ਗਈ। ਉਸਦੇ ਘਰ ਦੀ ਤਲਾਸ਼ੀ ਵਿੱਚੋਂ ਇੱਕ ਪਿਸਤੌਲ ਤੇ ਕੁਝ ਕਾਰਤੂਸ ਨਿਕਲੇ ਸਨ। ਉਹ ਕਿਸੇ ਦੁਕਾਨ ਤੇ ਨੌਕਰੀ ਕਰਦਾ ਸੀ, ਪਤਾ ਨਹੀਂ ਕਿਸ ਦੀ ਦੁਕਾਨ ਤੇ। ਪ੍ਰੀਤਮ ਸਿੰਘ ਨੇ ਗੌਰ ਨਾਲ ਮਕਾਨ ਦੀ ਦੇਖਭਾਲ ਕੀਤੀ, ਫਿਰ ਮਾਲਕ ਦੇ ਕਰਿੰਦੇ ਨੂੰ ਵੀ ਜਾ ਕੇ ਮਿਲਿਆ, ਪਰ ਉਸਦੇ ਬਿਆਨ ਤੋਂ ਵੀ ਕੁਝ ਗੁੰਝਲ ਨਾ ਖੁੱਲ ਸਕੀ। ਉਸਦੇ ਬਿਆਨ ਦਾ ਵੀ ਲਗਭਗ ਉਹੀ ਮਤਲਬ ਸੀ ਜਿਹੜਾ ਗੁਆਂਢੀਆਂ ਦੇ ਬਿਆਨ ਦਾ। ਉਹ ਸੰਤ ਕਿਹੜਾ ਸੀ ਜਿਸ ਦੀ ਕਥਾ ਸੁਣਨ ਮਨੋਰਮਾ ਜਾਇਆ ਕਰਦੀ ਸੀ? ਇਸ ਬਾਰੇ ਕੀਤੀ ਛਾਣਬੀਨ ਦਾ ਕੋਈ ਸਿੱਟਾ ਨਾ ਨਿਕਲਿਆ। ਏਡੇ ਵੱਡੇ ਸ਼ਹਿਰ ਵਿੱਚ ਝੁੰਡਾਂ ਦੇ ਝੁੰਡ ਸੰਤ ਮਹੰਤ ਬੈਠੇ ਸਨ, ਕੀ ਪਤਾ ਕਿਹੜੇ ਸੰਤ ਪਾਸ ਜਾਂਦੀ ਸੀ। ਹੁਣ ਪ੍ਰੀਤਮ ਸਿੰਘ ਨੂੰ ਜੇ ਕੋਈ ਆਸ ਸੀ ਤਾਂ ਮਨੋਰਮਾ ਦੇ ਬਿਆਨ ਦੀ ਤੇ ਜਾਂ ਰੂਪਲਾਲ ਦੀ ਮੁਲਾਕਾਤ ਦੀ। ਉਸ ਇਲਾਕੇ ਦੇ ਥਾਣੇ ਪੁੱਜਾ, ਉੱਥੇ ਵੀ ਰੂਪਲਾਲ ਦੀ ਕੋਈ ਉਗ ਸੁਗ ਨਾ ਲੱਭੀ। ਉਸ ਦੇ ਥਾਣੇ ਦੋ
ਰੋਜ਼ਨਾ ਮਚੇ ਵਿੱਚੋਂ ਅੱਜ ਤੋਂ ਲੈ ਕੇ ਲਗਭਗ 1 ਮਹੀਨਾ ਪਹਿਲਾਂ ਦਾ ਸਾਰਾ ਰਿਕਾਰਡ ਫੋਲਿਆ, ਪਰ ਰੂਪ ਲਾਲ ਨਾਮ ਦੇ ਕਿਸੇ ਮਨੁੱਖ ਦਾ ਉਸ ਵਿੱਚ ਨਾਮ ਦਰਜ ਨਹੀਂ ਸੀ। ਹਵਾਲਾ ਦੇ ਰਜਿਸਟਰ ਵਿੱਚੋਂ ਵੀ, ਜਿਸ ਵਿੱਚ ਮੁਲਜ਼ਮਾਂ ਦੇ ਦਾਖਲ ਖਾਰਜ ਹੋਣ ਦਾ ਵੇਰਵਾ ਹੁੰਦਾ ਹੈ, ਕੋਈ ਪਤਾ ਨਾ ਲੱਗਾ। ਇੱਥੋਂ ਨਿਕਲ ਕੇ ਉਹ ਮਾਲਖਾਨੇ ਦੇ ਦਫ਼ਤਰ ਵਿੱਚ ਗਿਆ, ਜਿੱਥੇ ਪੁਲਿਸ ਦੁਆਰਾ ਬਰਾਮਦ ਜਾਂ ਜ਼ਬਤ ਸ਼ੁਦਾ ਮਾਲ ਨੂੰ ਜਮ੍ਹਾਂ ਕੀਤਾ ਜਾਂਦਾ ਹੈ, ਪਰ ਉੱਥੋਂ ਦੇ ਰਜਿਸਟਰਾਂ ਵਿੱਚ ਵੀ ਨਾ ਕਿਸੇ ਪਿਸਤੌਲ ਦਾ ਜ਼ਿਕਰ ਸੀ, ਨਾ ਕਾਰਤੂਸਾਂ ਦਾ। ਕੀ ਰੂਪ ਲਾਲ ਨੂੰ ਭੂਤ ਉਡਾ ਕੇ ਲੈ ਗਏ? ਉਹ ਘੜੀ ਮੁੜੀ ਸੋਚਦਾ। ਅਖੀਰ ਉਹ ਇਸ ਸਿੱਟੇ ਤੇ ਪੁੱਜਾ ਕਿ ਰੂਪ ਲਾਲ ਦੀ ਗ੍ਰਿਫਤਾਰੀ ਤੇ ਮਨੋਰਮਾ ਦੇ ਕੱਢੇ ਜਾਣ ਵਿੱਚ ਕੁਝ ਪੁਲਿਸ ਕਰਮਚਾਰੀਆਂ ਦਾ ਜ਼ਰੂਰ ਹੱਥ ਹੈ। ਉਸ ਨੂੰ ਕਚੀਚੀਆਂ ਆ ਰਹੀਆਂ ਸਨ ਕਿ ਇਹ ਕੀ ਹੋ ਰਿਹਾ ਹੈ। ਇਤਨੀ ਹਨੇਰ ਗਰਦੀ ਕਿ ਇੱਕ ਮੁਲਜ਼ਮ ਨੂੰ ਸ਼ਰੇਆਮ ਗ੍ਰਿਫਤਾਰ ਕੀਤਾ ਜਾਵੇ, ਉਹਦੀ ਤਲਾਸ਼ੀ ਲਈ ਜਾਵੇ, ਪਰ ਪੁਲਿਸ ਦੇ ਰਿਕਾਰਡ ਵਿੱਚ ਉਸਦੀ ਉਗ ਸੁਗ ਨਾ ਮਿਲੇ। ਉਹ ਬੜਾ ਘਬਰਾਇਆ, ਬੜਾ ਖਿਜਿਆ, ਪਰ ਖਿਜਣ ਘਬਰਾਉਣ ਨਾਲ ਤਾਂ ਸਫਲਤਾ ਨਹੀਂ ਸੀ ਹੋਣੀ। ਸਭ ਤੋਂ ਬਹੁਤੀ ਘਬਰਾਹਟ ਉਸਨੂੰ ਰੂਪ ਲਾਲ ਬਾਬਤ ਸੀ, ਜਿਸ ਸੰਬੰਧੀ ਉਹ ਖਿਆਲ ਕਰ ਰਿਹਾ ਸੀ ਕਿ ਜਾਂ ਤਾਂ ਉਸਨੂੰ ਖਤਮ ਕਰ ਦਿੱਤਾ ਗਿਆ ਹੈ ਜਾਂ ਉਹ ਕਿਸੇ ਭਾਰੀ ਖਤਰੇ ਵਿੱਚ ਹੈ। ਉਧਰ ਮਨੋਰਮਾ ਦੀ ਹਾਲਤ ਉਹ ਵੇਖ ਕੇ ਨਾਲੇ ਸੁੰਦਰ ਦਾਸ ਤੋਂ ਸੁਣ ਆਇਆ ਸੀ ਕਿ ਪਤੀ ਦੇ ਵਿਛੋੜੇ ਵਿੱਚ ਉਹ ਕਿਸ ਤਰ੍ਹਾਂ ਮੌਤ ਨਾਲ ਘੋਲ ਕਰ ਰਹੀ ਹੈ। ਦੋ ਵਿੱਚੋਂ ਹੁਣ ਇੱਕੋ ਆਸ ਰਹਿ ਗਈ, ਕੇਵਲ ਮਨੋਰਮਾ ਦੇ ਬਿਆਨ ਦੀ। ਉਸਨੂੰ ਇਸੇ ਨੱਠੋ ਭੱਜੀ ਵਿੱਚ ਸ਼ਾਮ ਪੈ ਗਈ। ਅਖੀਰ ਉਹ ਸੁੰਦਰ ਦਾਸ ਦੇ ਮਕਾਨ ਤੇ ਮੋੜ ਆਇਆ। ਸੁੰਦਰ ਦਾਸ ਨੇ ਉਹਨੂੰ ਘਬਰਾਇਆ ਦੇਖ ਕੇ ਇਸ ਦਾ ਕਾਰਨ ਪੁੱਛਿਆ, ਪਰ ਪ੍ਰੀਤਮ ਸਿੰਘ ਨੇ ਇੰਨਾ ਹੀ ਕਿਹਾ, ਮਨੋਰਮਾ ਦੇ ਬਿਆਨ ਤੋਂ ਬਿਨਾਂ ਕੁਝ ਨਹੀਂ ਬਣ ਸਕਦਾ। ਰੂਪ ਲਾਲ ਦੀ ਜ਼ਿੰਦਗੀ ਸ਼ਾਇਦ ਖਤਰੇ ਵਿੱਚ ਹੋਵੇ, ਤੇ ਉਹ ਬਿਨਾਂ ਉੱਤਰ ਉਡੀਕਿਆ ਮਨੋਰਮਾ ਦੇ ਕਮਰੇ ਵਿੱਚ ਚਲਾ ਗਿਆ। ਸੁੰਦਰ ਦਾਸ ਨੂੰ ਉਸਨੇ ਬਾਹਰ ਹੀ ਰੋਕ ਦਿੱਤਾ। ਨਰਸ ਨੂੰ ਵੀ ਬਾਹਰ ਚਲੀ ਜਾਣ ਦਾ ਹੁਕਮ ਦਿੱਤਾ। ਉਸਨੂੰ ਖੁਸ਼ੀ ਹੋਈ ਜਦ ਮਨੋਰਮਾ ਨੂੰ ਉਸਨੇ ਚੰਗੀ ਹਾਲਤ ਵਿੱਚ ਡਿੱਠਾ। ਉਹ ਛੱਤ ਵੱਲ ਤੱਕ ਰਹੀ ਸੀ ਤੇ ਪ੍ਰੀਤਮ ਸਿੰਘ ਦੇ ਅੰਦਰ ਆਉਂਦਿਆਂ ਹੀ ਉਸ ਵੱਲ ਹੋਸ਼ ਹਵਾਸ ਦੀ ਹਾਲਤ ਵਿੱਚ ਤੱਕੀ। ਵਿਖਾ ਤੇ ਗਮ ਭਰੀਆਂ ਉਹਦੀਆਂ ਅੱਖਾਂ ਦਾ ਅਸਰ ਸਿੱਧਾ ਪ੍ਰੀਤਮ ਸਿੰਘ ਦੇ ਦਿਲ ਤੇ ਹੋਇਆ। ਕੁਰਸੀ ਤੇ ਬੈਠਦਾ ਹੋਇਆ ਉਹ ਮਨੋਰਮਾ ਵੱਲ ਹਿੱਤ ਭਰੀ ਨਜ਼ਰ ਨਾਲ ਤੱਕ ਕੇ ਕੁਝ ਕਹਿ ਨਹੀਂ ਲੱਗਾ ਸੀ ਕਿ ਮਨੋਰਮਾ ਉੱਠ ਕੇ ਬੈਠਦੀ ਹੋਈ ਇਸ ਤੋਂ ਪਹਿਲਾਂ ਹੀ ਬੋਲੀ, ਤੁਸਾਂ ਕਿਹਾ ਸੀ ਹੁਣੇ ਉਹਨਾਂ ਨੂੰ ਲੈ ਆਵਾਂਗੇ, ਤੇ ਉਹ ਆਸ ਭਰੀ ਨਜ਼ਰ ਨਾਲ ਉਹਦੇ ਚਿਹਰੇ ਵੱਲ ਤੱਕਣ ਲੱਗੀ। ਪ੍ਰੀਤਮ ਸਿੰਘ ਜਰਾ ਹੋਰ ਉਸਦੇ ਨੇੜੇ ਹੋ ਕੇ ਬੋਲਿਆ, ਮੈਨੂੰ ਮੁਆਫ ਕਰਨਾ ਬੀਬੀ, ਹਜੇ ਮੈਂ ਉਹਨੂੰ ਨਹੀਂ ਲਿਆ ਸਕਿਆ। ਕੱਲ ਤੱਕ ਸ਼ਾਇਦ ਉਹ ਆ ਜਾਵੇ, ਪਰ ਤਾਂ ਜੇ ਪਹਿਲਾਂ ਤੂੰ ਆਪਣਾ ਸਾਰਾ ਹਾਲ ਸ਼ੁਰੂ ਤੋਂ ਅਖੀਰ ਤੱਕ ਸੁਣਾ ਸਕੇ। ਮਨੋਰਮਾ ਪਤੀ ਦੀ ਚਿੰਤਾ ਵਿੱਚ ਰੁੜਦੀ ਜਾਂਦੀ ਸੀ। ਇੱਕ ਇੱਕ ਮਿੰਟ ਦੀ ਦੇਰ ਉਸ ਲਈ ਜੁਗਾਂ ਜੁਗਾਂ ਦੇ ਬਰਾਬਰ ਹੋ ਰਹੀ ਸੀ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਸੀ ਉਸਦਾ ਸਬਰ ਮੁੱਕਦਾ ਜਾਂਦਾ ਸੀ, ਪਰ ਹੁਣ ਉਹ ਅੱਗੇ ਵਾਂਗ ਬੇਹੋਸ਼ ਨਹੀਂ ਹੋਈ। ਪ੍ਰੀਤਮ ਸਿੰਘ ਦੀਆਂ ਗੱਲਾਂ ਤੋਂ ਉਹਨੂੰ ਕਾਫੀ ਧਰਵਾਸ ਵੱਜ ਗਈ। ਮੈਂ ਸਭ ਕੁਝ ਦੱਸਦੀ ਹਾਂ, ਕਹਿਣ ਤੋਂ ਬਾਅਦ ਮਨੋਰਮਾ ਜਰਾ ਹੋਰ ਚਿੰਤਨ ਹੋ ਬੈਠੀ। ਆਪਣੀ ਯਾਦਦਾਸ਼ਤ ਨੂੰ ਇਕੱਠੀ ਕਰਦੀ ਉਹ ਆਪਣਾ ਬੀਤਿਆ ਹਾਲ ਪ੍ਰੀਤਮ ਸਿੰਘ ਨੂੰ ਸੁਣਾਉਣ ਲੱਗੀ। ਪ੍ਰੀਤਮ ਸਿੰਘ ਨੇ ਪੈਨਸਲ ਕੱਢੀ, ਨੋਟਬੁੱਕ ਖੋਲੀ ਤੇ ਲਿਖਣਾ ਸ਼ੁਰੂ ਕੀਤਾ। ਸ਼ੁਰੂ ਤੋਂ ਸਾਰਾ ਹਾਲ ਸੁਣਾਉਂਦੀ ਹੋਈ ਜਦ ਮਨੋਰਮਾ ਉਸ ਖੰਡਰ ਵਾਲੇ ਤਹਿਖਾਨੇ ਦੇ ਜ਼ਿਕਰ ਤੇ ਪੁੱਜੀ ਤਾਂ ਪ੍ਰੀਤਮ ਸਿੰਘ ਨੇ ਆਪਣੀ ਚਿੱਤ ਬਿਰਤੀ ਨੂੰ ਹੋਰ ਕਿਸੇ ਪਾਸੇ ਜਾਣ ਤੋਂ ਇੱਕਦਮ ਰੋਕ ਲਿਆ ਤੇ ਡੂੰਘੇ ਧਿਆਨ ਨਾਲ ਸੁਣਨ ਲੱਗਾ। ਇਸ ਤਹਿਖਾਨੇ ਦਾ ਜ਼ਿਕਰ ਉਸ ਲਈ ਖਾਸ ਤੌਰ ਤੇ ਦਿਲਚਸਪੀ ਤੇ ਮਤਲਬ ਦੀ ਚੀਜ਼ ਸੀ। ਉਸ ਨੂੰ ਖੁਸ਼ੀ ਸੀ ਕਿ ਮਨੋਰਮਾ ਪੂਰੇ ਹੋਸ਼ ਹਵਾਸ ਵਿੱਚ ਬਿਆਨ ਦੇ ਰਹੀ ਸੀ। ਇਸ ਤੋਂ ਛੁੱਟ ਜਿਨ੍ਹਾਂ ਗੱਲਾਂ ਦਾ ਅੱਜ ਸਾਰੀ ਦਿਹਾੜੀ ਖਪਦਿਆਂ ਰਹਿਣ ਤੇ ਵੀ ਉਹਨੂੰ ਕੁਝ ਪਤਾ ਨਹੀਂ ਸੀ ਲੱਗਾ, ਉਹ ਲਗਭਗ ਸਾਰੀਆਂ ਘੁੰਡੀਆਂ ਹੌਲੀ-ਹੌਲੀ ਮਨੋਰਮਾ ਦੇ ਬਿਆਨ ਦੀ ਮਦਦ ਨਾਲ ਖੁੱਲ ਰਹੀਆਂ ਸਨ। ਆਪਣੇ ਬਿਆਨ ਨੂੰ ਜਾਰੀ ਰੱਖਦੀ ਹੋਈ ਮਨੋਰਮਾ ਬੋਲੀ, ਤੇ ਜਦ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਆਪ ਨੂੰ ਇੱਕ ਘੁੱਪ ਹਨੇਰੀ ਥਾਵੇਂ ਦੇਖਿਆ। ਮੇਰਾ ਸਿਰ ਘੁੰਮ ਰਿਹਾ ਸੀ, ਅੱਖਾਂ ਖੁੱਲਦੀਆਂ ਨਹੀਂ ਸਨ, ਸਰੀਰ ਸੁੰਨ ਹੋਇਆ ਪਿਆ ਸੀ। ਪਤਾ ਨਹੀਂ ਕਿੰਨਾ ਚਿਰ ਮੈਂ ਇਸੇ ਹਾਲਤ ਵਿੱਚ ਪਈ ਰਹੀ। ਮੈਨੂੰ ਨਹੀਂ ਸੀ ਪਤਾ ਕਿ ਉਹ ਦਿਨ ਦਾ ਵਕਤ ਸੀ ਕਿ ਰਾਤ ਦਾ। ਜਦ ਮੈਨੂੰ ਜਰਾ ਹੋਰ ਹੋਸ਼ ਆਈ ਤਾਂ ਮੇਰੇ ਕੰਨਾਂ ਨੂੰ ਕੁਝ ਸੁਣਾਈ ਦੇਣ ਲੱਗਾ, ਇਸ ਤਰ੍ਹਾਂ ਜਿਕਨ ਕੋਈ ਕਿਸੇ ਚੀਜ਼ ਨੂੰ ਪੁੱਟ ਰਿਹਾ ਹੁੰਦਾ ਹੈ। ਹਨੇਰੇ ਵਿੱਚ ਹੱਥਾਂ ਕੰਨਾਂ ਨਾਲ ਕੰਧਾਂ ਨੂੰ ਟਟੋਲਦੀ ਹੋਈ ਮੈਂ ਉਸ ਪਾਸੇ ਜਾਣ ਲੱਗੀ ਜਿੱਧਰੋਂ ਆਵਾਜ਼ ਆ ਰਹੀ ਸੀ। ਕਮਰਾ ਠੰਡਾ ਤੇ ਸਲਾਬੇ ਭਰਿਆ ਸੀ। ਸਲਾਬੇ ਤੇ ਕਲਰ ਦੀ ਮੁਸ਼ਕ ਮੇਰੇ ਸਿਰ ਨੂੰ ਚੜ ਰਹੀ ਸੀ। ਪਹਿਲਾਂ ਹੀ ਮੇਰਾ ਸਿਰ ਭੌਂ ਰਿਹਾ ਸੀ। ਅਖੀਰ ਵਿੱਚ ਮੈਂ ਇੱਕ ਨੁੱਕਰ ਵਿੱਚ ਪਹੁੰਚੀ ਜਿਸ ਦੇ ਪਿਛਲੇ ਬੰਨੇ ਕੋਈ ਖੋਦ ਰਿਹਾ ਮਾਲੂਮ ਹੁੰਦਾ ਸੀ। ਖੜਾਕ ਤੋਂ ਛੁੱਟ ਕੰਧ ਨੂੰ ਹੱਥ ਲਾਉਣ ਨਾਲ ਉਸਨੂੰ ਧਮਕ ਜਿਹੀ ਵੀ ਪੈਂਦੀ ਜਾਪਦੀ ਸੀ। ਕੁਝ ਚਿਰ ਬਾਅਦ ਮੈਨੂੰ ਮਾਲੂਮ ਹੋਣ ਲੱਗਾ ਜਿਕਨ ਕੋਈ ਇੱਟਾਂ ਰੋੜੇ ਪੁੱਟ ਕੇ ਹਟਾ ਰਿਹਾ ਹੈ। ਮੇਰੇ ਸਿਰ ਨੂੰ ਉਸ ਵੇਲੇ ਜ਼ੋਰ-ਜ਼ੋਰ ਦੇ ਚੱਕਰ ਆਉਣ ਲੱਗੇ, ਪਰ ਛੁਟਕਾਰੇ ਦੀ ਆਸ ਨਾਲ ਮੈਂ ਆਵਾਜ਼ਾਂ ਦੇਣੀਆਂ ਤੇ ਕੰਧ ਨੂੰ ਹੋਰ ਪਟਕਣੇ ਸ਼ੁਰੂ ਕੀਤੇ, ਪਰ ਮੇਰੀ ਆਵਾਜ਼ ਇਤਨੀ ਕਮਜ਼ੋਰ ਹੋ ਗਈ ਸੀ ਕਿ ਕੋਲ ਖੜੋਤੇ ਨੂੰ ਵੀ ਸੁਣਾਈ ਨਾ ਦੇਵੇ। ਮੈਨੂੰ ਕੋਈ ਜਵਾਬ ਨਾ ਮਿਲਿਆ।
ਕਿਸੇ ਕਿਸੇ ਵੇਲੇ ਬੁੜਬੁੜਾਉਣ ਦੀ ਆਵਾਜ਼ ਮੈਨੂੰ ਸੁਣਾਈ ਦਿੰਦੀ ਸੀ। ਮੈਂ ਖਿਆਲ ਕੀਤਾ ਉਹ ਆਵਾਜ਼ ਜਨਾਨੇ ਗਲੇ ਦੀ ਸੀ। ਜਾਪਦਾ ਸੀ ਜਿਵੇਂ ਕੋਈ ਤੀਵੀਂ ਥੋੜੇ ਚਿਰ ਪਿੱਛੋਂ ਥੱਕ ਕੇ ਬੈਠ ਜਾਂਦੀ ਤੇ ਉੱਚੀ ਉੱਚੀ ਹੌਂਕਣ ਲੱਗ ਪੈਂਦੀ, ਕਦੇ ਕਿਸੇ ਨੂੰ ਗਾਲਾਂ ਬਦਸੀਸਾਂ ਦੇਣ ਲੱਗ ਪੈਂਦੀ ਸੀ। ਜੇ ਮੈਂ ਵੇਖਿਆ ਕਿ ਮੇਰੇ ਚਲਾਣ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਮੈਂ ਕੋਈ ਬੂਹਾ ਬਾਰੀ ਲੱਭਣ ਦੇ ਖਿਆਲ ਨਾਲ ਫਿਰ ਅੱਗੇ ਵਾਂਗ ਟਟੋਲਦੀ ਹੋਈ ਪਿਛਾਂਹ ਮੁੜੀ, ਕਿਉਂਕਿ ਅੱਗੇ ਜਾਣਾ ਮੁਸ਼ਕਿਲ ਸੀ। ਉਸੇ ਪਾਸੇ ਸਲਾਬਾਂ ਤੇ ਕੁਝ ਚੀੜਾ ਜਿਹਾ ਚਿੱਕੜ ਇੰਨਾ ਸੀ ਕਿ ਪੈਰ ਖੁੱਬਦੇ ਜਾਂਦੇ ਸਨ। ਟਿੱਡੀਆਂ ਚੂਹੇ ਹਰ ਪਾਸੇ ਖੁੜ-ਖੁੜ ਕਰਦੇ ਫਿਰਦੇ ਸਨ। ਕਈ ਵਾਰੀ ਮੇਰੇ ਉੱਤੋਂ ਲੰਘ ਜਾਂਦੇ ਤੇ ਇੱਕ ਦੋ ਵਾਰੀ ਮੇਰਾ ਪੈਰ ਵੀ ਉਹਨਾਂ ਉੱਤੇ ਆ ਗਿਆ। ਮੈਂ ਡਰ ਤੇ ਸਰਦੀ ਨਾਲ ਕੰਬ ਰਹੀ ਸਾਂ। ਕੁਝ ਸਿਰ ਨੂੰ ਚੱਕਰ ਆਉਣ ਕਰਕੇ ਹਾਲਤ ਖਰਾਬ ਹੋ ਰਹੀ ਸੀ। ਇਸੇ ਤਰ੍ਹਾਂ ਟੋਂਦੀ ਹੋਈ ਮੈਂ ਇੱਕ ਥਾਂ ਪੁੱਜੀ ਜਿੱਥੇ ਲੱਕੜ ਦੀ ਕੰਧ ਸੀ। ਇੱਥੇ ਵੀ ਦੁਰਾਡਿਓਂ ਕੁਝ ਆਵਾਜ਼ਾਂ ਆ ਰਹੀਆਂ ਸਨ, ਪਰ ਪਹਿਲੀਆਂ ਵਰਗੀਆਂ ਨਹੀਂ। ਹਥੌੜਿਆਂ ਨਾਲ ਕੁਝ ਕੁੱਟਣ ਦੀਆਂ, ਕੁਝ ਖਰੋਚਣ ਦੀਆਂ ਤੇ ਬਹੁਤ ਕਿਸਮ ਦੀ ਮਹੀਨ ਜਿਹੀ ਠਕ-ਠਕ ਦੀਆਂ ਵੀ। ਇਸ ਤੋਂ ਛੁੱਟ ਲੋਹਾਰਾਂ ਦੀ ਧੌਂਕਣੀ ਵਰਗੀ ਆਵਾਜ਼ ਵੀ ਆਉਂਦੀ ਸੀ ਤੇ ਵਿੱਚ-ਵਿੱਚ ਬੋਲਣ ਚਾਲਣ ਦੀ ਵੀ, ਪਰ ਜਿਵੇਂ ਬਹੁਤ ਦੂਰੋਂ ਆ ਰਹੀ ਸੀ। ਮੈਂ ਆਵਾਜ਼ ਦੇਣੀ ਚਾਹੀ ਪਰ ਮੂੰਹੋਂ ਬੋਲ ਨਹੀਂ ਸੀ ਨਿਕਲ ਸਕਦਾ। ਜਿੰਨਾ ਕੁ ਮੈਂ ਬੋਲ ਸਕੀ ਬੋਲੀ, ਪਰ ਕਿਸੇ ਵੱਲੋਂ ਕੋਈ ਜਵਾਬ ਨਾ ਆਇਆ। ਉਸੇ ਕੰਧ ਦੀ ਲੱਕੜ ਦੇ ਨਾਲ ਮੈਂ ਕਾਫੀ ਦੂਰ ਤੁਰੀ ਚਲੀ ਗਈ। ਜਿਉਂ-ਜਿਉਂ ਅਗਾਂਹ ਜਾਂਦੀ ਸਾਂ ਕਮਰਾ ਚੌੜਾ ਹੁੰਦਾ ਜਾਂਦਾ ਸੀ। ਮੈਨੂੰ ਪਤਾ ਨਹੀਂ ਮੈਂ ਮੁੜ ਪਹਿਲਾਂ ਵਾਲੀ ਥਾਵੇਂ ਆ ਗਈ ਜਾਂ ਅਗਾਂਹ ਤੁਰੀ ਜਾਂਦੀ ਸਾਂ। ਛੇਕੜ ਇੱਕ ਥਾਂ ਜਦ ਮੈਂ ਹੱਥ ਮਾਰਿਆ ਤਾਂ ਮੈਨੂੰ ਲੱਕੜ ਦਾ ਕੋਈ ਬੂਹਾ ਜਿਹਾ ਜਾਪਿਆ, ਜਿਹੜਾ ਪਤਲੇ ਫੱਟਿਆਂ ਨਾਲ ਬੰਦ ਕੀਤਾ ਹੋਇਆ ਸੀ। ਮੈਂ ਬੂਹੇ ਨੂੰ ਧੱਕੇ ਦੇਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਕੁਝ ਲਾਭ ਨਾ ਹੋਇਆ। ਜਦ ਮੈਂ ਉਸਦੇ ਉੱਪਰਲੇ ਸਿਰੇ ਵੱਲ ਹੱਥ ਖੜਿਆ ਤਾਂ ਉਹਨੂੰ ਇੱਕ ਛੋਟਾ ਜਿਹਾ ਜਿੰਦਰਾ ਵੱਜਾ ਲੱਭਾ। ਜਿੰਦਰਾ ਇਤਨਾ ਪਤਲਾ ਸੀ ਕਿ ਮੇਰੀ ਥੋੜੀ ਜਿਹੀ ਕੋਸ਼ਿਸ਼ ਨਾਲ ਸੰਗਲੀ ਵਿੱਚੋਂ ਨਿਕਲ ਗਿਆ। ਜਿੰਦਰਾ ਵੱਜਾ ਰਿਹਾ ਤੇ ਬੂਹਾ ਖੁੱਲ ਗਿਆ। ਮੈਂ ਅੰਦਰ ਲੰਘ ਗਈ। ਮੇਰਾ ਖਿਆਲ ਸੀ ਹੁਣ ਮੈਨੂੰ ਬਾਹਰ ਜਾਣ ਦਾ ਰਸਤਾ ਮਿਲੇਗਾ, ਪਰ ਅੰਦਰ ਜਾ ਕੇ ਵੇਖਿਆ ਤਾਂ ਭੱਜੀਆਂ ਟੁੱਟੀਆਂ ਪੌੜੀਆਂ ਸਨ। ਮੈਂ ਸਹਿਜ ਨਾਲ ਬਚ ਬਚਾ ਕੇ ਪੈਰ ਧਰਦੀ ਹੋਈ ਕਿਸੇ ਤਰ੍ਹਾਂ ਉੱਪਰ ਚੜੀ ਤਾਂ ਆਪਣੇ ਆਪ ਨੂੰ ਇੱਕ 2 ਮੰਜ਼ਲੇ ਵਿੱਚ ਵੱਲ ਵੇਖਿਆ। ਇੱਥੇ ਪਹੁੰਚ ਕੇ ਮੈਨੂੰ ਫੇਰ ਕੁਝ ਸੁਣਾਈ ਦਿੱਤਾ। ਇਹ ਪਾਣੀ ਵਗਣ ਦੀ ਆਵਾਜ਼ ਸੀ ਜਿਹੜੀ ਹੇਠੋਂ ਆ ਰਹੀ ਸੀ। ਇਸ ਤੋਂ ਅੱਗੇ ਮਨੋਰਮਾ ਨੇ ਪ੍ਰੀਤਮ ਸਿੰਘ ਨੂੰ ਉਹ ਸਾਰਾ ਹਾਲ ਸੁਣਾਇਆ ਜਿਸ ਤਰ੍ਹਾਂ ਇੱਕ ਮੋਟਾ ਭੱਦਾ ਸ਼ਰਾਬੀ ਉਸਦੇ ਪਾਸ ਆਇਆ। ਹੱਥੋਂ ਪਾਈ ਹੋਈ ਉਸਨੇ ਉਹਦੇ ਨੱਕ ਤੇ ਚੱਕ ਵੱਢਣ ਤੋਂ ਬਾਅਦ ਬਾਰੀ ਵਿੱਚੋਂ ਛਾਲ ਮਾਰ ਦਿੱਤੀ ਤੇ ਸੁੰਦਰ ਦਾਸ ਨੇ ਜਿਸ ਤਰ੍ਹਾਂ ਉਹਨੂੰ ਨਦੀ ਵਿੱਚੋਂ ਕੱਢ ਕੇ ਆਪਣੇ ਮਕਾਨ ਤੇ ਲਿਆਂਦਾ। ਮਨੋਰਮਾ ਨੇ ਜਦ ਆਪਣਾ ਬਿਆਨ ਖਤਮ ਕੀਤਾ ਤਾਂ ਪ੍ਰੀਤਮ ਸਿੰਘ ਖੁਸ਼ੀ ਤੇ ਉਤਸ਼ਾਹ ਵਿੱਚ ਝੂਮ ਰਿਹਾ ਸੀ। ਉਸ ਨੂੰ ਮਾਮਲੇ ਦਾ ਬਹੁਤ ਸਾਰਾ ਸੁਰਾਗ ਮਿਲ ਗਿਆ, ਪਰ ਹਜੇ ਵੀ ਕਈ ਗੱਲਾਂ ਦੀ ਉਹਨੂੰ ਸਮਝ ਨਹੀਂ ਸੀ ਆ ਰਹੀ। ਖੰਡਰ ਵਿੱਚੋਂ ਆਵਾਜ਼ਾਂ ਦਾ ਕੀ ਮਤਲਬ, ਤੇ ਉਹ ਕੰਧ ਪੁੱਟਣ ਵਾਲਾ ਕੌਣ ਸੀ? ਏਦੋਂ ਛੋਟੋ ਉਸਦੇ ਦਿਲ ਤੇ ਇੱਕ ਹੋਰ ਚਿੰਤਾ ਹਜੇ ਵੀ ਜਿਉਂਦੀ ਤਿਉਂ ਸੀ, ਤੇ ਇਹ ਸੀ ਰੂਪ ਲਾਲ ਦੀ ਚਿੰਤਾ। ਉਹ ਕਿੰਨਾ ਚਿਰ ਬੈਠਾ ਇਸ ਮਾਮਲੇ ਨੂੰ ਸੋਚਦਾ ਘੋਖਦਾ ਰਿਹਾ। ਉਸ ਦੀ ਸਲਾਹ ਹੋਈ ਕਿ ਹੁਣੇ ਜਾ ਕੇ ਇੱਕ ਤਾਂ ਉਸ ਖੰਡਰ ਦੀ ਨਾਕਾਬੰਦੀ ਕੀਤੀ ਜਾਵੇ, ਦੂਜਾ ਉਸ ਪ੍ਰਭਦਿਆਲ ਨੂੰ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਉਸ ਦਾ ਪਤਾ ਉਹਨੂੰ ਮਨੋਰਮਾ ਪਾਸੋਂ ਲੱਗ ਹੀ ਚੁੱਕਾ ਸੀ, ਤੇ ਤੀਜਾ ਸੰਤ ਦੇ ਵਾਰੰਟ ਕੱਢੇ ਜਾਣ। ਪਰ ਉਸਨੂੰ ਇੱਕ ਹੋਰ ਖਿਆਲ ਆਇਆ ਕਿ ਜਿਸ ਤਰ੍ਹਾਂ ਦੀ ਜਲਦੀ ਕੀਤੀ ਗਈ ਤਾਂ ਰੂਪ ਲਾਲ ਜੇ ਹਜੇ ਤੱਕ ਜਿਉਂਦਾ ਵੀ ਹੈ ਤਾਂ ਜ਼ਰੂਰ ਮਾਰਿਆ ਜਾਏਗਾ। ਮੁਜਰਮਾਂ ਨੂੰ ਮਨੋਰਮਾ ਦੇ ਡੁੱਬ ਕੇ ਮਰ ਜਾਣ ਵਿੱਚ ਤਾਂ ਸ਼ੱਕ ਹੀ ਨਹੀਂ ਹੋਣਾ, ਜਿਸ ਕਰਕੇ ਇਸ ਵੇਲੇ ਉਹਨਾਂ ਨੂੰ ਕੋਈ ਚਿੰਤਾ ਨਹੀਂ। ਪਰ ਰੂਪ ਲਾਲ ਨੂੰ ਉਹਨਾਂ ਇਸ ਕਰਕੇ ਜਿਉਂਦਾ ਨਹੀਂ ਛੱਡਣਾ ਕਿ ਉਸਦੀ ਹੋਂਦ ਉਹਨਾਂ ਲਈ ਖਤਰਨਾਕ ਹੋਵੇਗੀ। ਉਸ ਪਾਸੋਂ ਭੇਤ ਖੁੱਲ ਜਾਣ ਦਾ ਉਹਨਾਂ ਨੂੰ ਖਤਰਾ ਹੋਵੇਗਾ। ਅਖੀਰ ਉਸਨੇ ਇਹੋ ਫੈਸਲਾ ਕੀਤਾ ਕਿ ਹਾਲੇ ਕੁਝ ਦਿਨ ਇਸ ਮਾਮਲੇ ਨੂੰ ਲਮਕਾਇਆ ਜਾਵੇ ਤੇ ਇੱਧਰ ਸਾਰਾ ਜ਼ੋਰ ਲਾ ਕੇ ਰੂਪ ਲਾਲ ਦੀ ਭਾਲ ਕੀਤੀ ਜਾਵੇ। ਉਹ ਮਨੋਰਮਾ ਪਾਸੋਂ ਉੱਠ ਕੇ ਸਿੱਧਾ ਸੁੰਦਰ ਦਾਸ ਕੋਲ ਗਿਆ ਤੇ ਉਸਨੂੰ ਮਨੋਰਮਾ ਦਾ ਬਿਆਨ ਪੜ੍ਹ ਕੇ ਸੁਣਾ ਦਿੱਤਾ। ਕੁਝ ਚਿਰ ਠਹਿਰ ਕੇ ਉਹ ਸੁੰਦਰ ਦਾਸ ਨੂੰ ਨਾਲ ਲਈ ਗੁਪਤਗੜ੍ਹ ਵੱਲ ਤੁਰ ਪਿਆ। ਅੰਕ 35ਵਾਂ। ਆਪਣੀ ਆਰਾਮਗਾਹ ਵਿੱਚ ਬੈਠਾ ਲਾਲਾ ਪ੍ਰਭਦਿਆਲ ਹੁੱਕੇ ਦੇ ਸੂਟੇ ਲਾ ਰਿਹਾ ਸੀ। ਉਸਦੇ ਚਿਹਰੇ ਉੱਤੇ ਇਸ ਵੇਲੇ ਡੂੰਘੀ ਚਿੰਤਾ ਤੇ ਡਰ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ। ਨੱਕ ਦੀ ਸੋਜ ਕਰਕੇ ਉਸਦੇ ਚਿਹਰੇ ਦਾ ਹੁਲੀਆ ਬਹੁਤ ਕੁਝ ਵਿਗੜ ਗਿਆ ਹੈ, ਜਿਸ ਕਰਕੇ ਕਈ ਦਿਨਾਂ ਤੋਂ ਉਹ ਘਰੋਂ ਬਾਹਰ ਨਹੀਂ ਨਿਕਲ ਸਕਿਆ। ਉਸਦੀ ਨਜ਼ਰ ਵਿੱਚ ਸਹਿਮ, ਦਿਲ ਵਿੱਚ ਖਲਬਲੀ ਤੇ ਦਿਮਾਗ ਵਿੱਚ ਡਰਾਉਣੇ ਖਿਆਲ ਫਿਰ ਰਹੇ ਜਾਪਦੇ ਹਨ। ਇਸ ਵੇਲੇ ਮੁਲਕ ਰਾਜ ਹਫਦਾ ਘਰਕਦਾ ਉਸਦੇ ਸਾਹਮਣੇ ਆਇਆ ਤੇ ਪੰਡ ਵਾਂਗ ਆਪਣੇ ਮਾਲਕ ਦੇ ਸੱਜੇ ਪਾਸੇ ਡਿੱਗ ਕੇ ਬੈਠ ਗਿਆ। ਠੰਡੀ ਰੁੱਤ ਹੋਣ ਤੇ ਵੀ ਉਸਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ। ਉਸਨੂੰ ਉੱਤਰ ਸਾਹੀ ਜਿਹੀ ਲੱਗੀ ਹੋਈ ਸੀ। ਉਸਦਾ ਇਹ ਹਾਲ ਵੇਖ ਕੇ ਪ੍ਰਭਦਿਆਲ, ਜਿਹੜਾ ਪਹਿਲਾਂ ਹੀ ਘਬਰਾਇਆ ਹੋਇਆ ਸੀ, ਹੋਰ ਤੌਖਲੇ ਵਿੱਚ ਉਸਨੂੰ ਪੁੱਛਣ ਲੱਗਾ, ਕਿਉਂ ਮੁਲਖਰਾਜ, ਕੀ ਗੱਲ ਹੈ? ਛੇਤੀ ਦੱਸ।
ਥੋੜਾ ਚਿਰ ਤਾਂ ਮੁਲਕ ਰਾਜ ਬੋਲ ਹੀ ਨਾ ਸਕਿਆ, ਪਰ ਜਦ ਉਸਦਾ ਕੁਝ ਸਾਹ ਨਾਲ ਸਾਹ ਰਲਿਆ ਤਾਂ ਪ੍ਰਭ ਦਿਆਲ ਦੇ ਹੋਰ ਨੇੜੇ ਹੋ ਕੇ ਬੋਲਿਆ, ਜਨਾਬ ਕੰਮ ਚੌੜ ਹੋ ਗਿਆ, ਕੁਝ ਹੋ ਸਕਦਾ ਜੇ ਤਾਂ ਛੇਤੀ ਕਰੋ, ਨਹੀਂ ਤੇ। ਕੀ 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 ਹੋਇਆ ਏ? ਪ੍ਰਭ ਦਿਆਲ ਨੇ ਥਥਲਾਂਦੀ ਆਵਾਜ਼ ਵਿੱਚ ਪੁੱਛਿਆ। ਹੁੱਕੇ ਦੀ ਨੜੀ ਉਹਨੇ ਪਰੇ ਤੱਕ ਦਿੱਤੀ। ਮੁਲਕ ਰਾਜ ਨੇ ਦੱਸਿਆ, ਗੁਪਤਗੜ੍ਹ ਦਾ ਚੌਂਕੀਦਾਰ ਆਇਆ ਸੀ, ਤੁਹਾਨੂੰ ਮਿਲਣਾ ਚਾਹੁੰਦਾ ਸੀ, ਪਰ ਤੁਸਾਂ ਮੈਨੂੰ ਕਿਹਾ ਹੋਇਆ ਸੀ ਕਿ ਕਿਸੇ ਨੂੰ ਤੁਹਾਡੇ ਕੋਲ ਨਾ ਆਉਂਦਿਆਂ, ਇਸ ਲਈ ਮੈਂ ਉਹਨੂੰ ਥੱਲੇ ਹੀ ਰੋਕ ਦਿੱਤਾ। ਤੇ ਪ੍ਰਭ ਦਿਆਲ ਵਿੱਚ ਇਸ ਵੇਲੇ ਇੰਨਾ ਸਹਾਰਾ ਨਹੀਂ ਸੀ ਕਿ ਮੁਲਕ ਰਾਜ ਦੀਆਂ ਫਾਲਤੂ ਗੱਲਾਂ ਸੁਣਦਾ। ਡਰ ਨਾਲ ਉਸਦਾ ਦਿਲ ਬੈਠਦਾ ਜਾਂਦਾ ਸੀ। ਉਸਨੇ ਛਿੱਥਾ ਪੈ ਕੇ ਆਖਿਆ, ਫਜ਼ੂਲ ਬਕ-ਬਕ ਛੱਡ ਤੇ ਮਤਲਬ ਦੀ ਗੱਲ ਕਰ। ਉਹ ਬੋਲਿਆ, ਜਨਾਬ ਦਾ ਖਿਆਲ ਦਰੁਸਤ ਹੈ। ਚੌਂਕੀਦਾਰ ਨੇ ਮੈਨੂੰ ਦੱਸਿਆ ਕਿ ਰਾਤੀ 10 ਵਜੇ ਦੇ ਲਗਭਗ 2 ਆਦਮੀ ਗੁਪਤਗੜ੍ਹ ਦੇ ਲਾਗੇ ਫਿਰਦੇ ਵੇਖੇ ਗਏ ਸਨ, ਇੱਕ ਸਿੱਖ ਤੇ ਦੂਜਾ ਹਿੰਦੂ। ਆਪਣੇ ਢਹਿੰਦੇ ਦਿਲ ਨੂੰ ਖਲੀਰ ਦੇਂਦਾ ਹੋਇਆ ਲਾਲਾ ਬੋਲਿਆ, ਤੇ ਇਸ ਵਿੱਚ ਫਿਕਰ ਵਾਲੀ ਕਿਹੜੀ ਗੱਲ ਹੋਈ? ਖਬਰੇ ਕੋਈ ਰਾਹ ਜਾਂਦੇ ਮੁਸਾਫਰ ਜਾਂ ਸੈਲਾਨੀ ਹੋਣਗੇ। ਉਹ ਜਨਾਬ ਦਾ ਖਿਆਲ ਦਰੁਸਤ ਹੈ, ਪਰ ਰਾਤ ਵੇਲੇ ਬਿਨਾਂ ਮਤਲਬ ਤੋਂ ਕੌਣ ਉਸ ਪਾਸੇ ਜਾਣ ਦਾ ਹੀਆ ਕਰ ਸਕਦਾ ਹੈ? ਨਾਲੇ ਚੌਂਕੀਦਾਰ ਨੇ ਇੱਕ ਹੋਰ ਗੱਲ ਵੀ ਦੱਸੀ ਸੀ। ਉਹ ਕੀ? ਕਿ ਉਸਨੇ ਲੋਕੇ ਉਹਨਾਂ ਦੀਆਂ ਕੁਝ ਗੱਲਾਂ ਵੀ ਸੁਣੀਆਂ ਸਨ। ਕੀ ਗੱਲ? ਉਹ ਕਹਿੰਦਾ ਸੀ, ਹੋਰ ਤਾਂ ਮੈਨੂੰ ਕੁਝ ਸੁਣਾਈ ਨਹੀਂ ਸੀ ਦਿੱਤਾ, ਕਿਉਂਕਿ ਉਹ ਬਹੁਤ ਹੌਲੀ ਬੋਲਦੇ ਸਨ। 1-2 ਵਾਰੀ ਰੂਪ ਲਾਲ ਤੇ ਮਨੋਰਮਾ ਦਾ ਨਾਂ ਉਹਨਾਂ ਦੇ ਮੂੰਹੋਂ ਨਿਕਲਿਆ ਸੀ। ਪ੍ਰਭ ਦਿਆਲ ਨੇ ਕੋਈ ਉੱਤਰ ਨਾ ਦਿੱਤਾ। ਕਿਸੇ ਡੂੰਘੀ ਸੋਚ ਵਿੱਚ ਉਹ ਕਿੰਨਾ ਚਿਰ ਬੈਠਾ ਰਿਹਾ। ਫਿਰ ਇੱਕ ਵਾਰੀ ਉਸਨੇ ਮੁਲਕ ਰਾਜ ਵੱਲ ਤੱਕ ਕੇ ਕਿਹਾ, ਮੁਲਕ ਰਾਜ, ਤੇਰੇ ਖਿਆਲ ਵਿੱਚ ਉਹ ਸਿੱਖ ਕੌਣ ਹੋ ਸਕਦਾ ਹੈ? ਪਤਾ ਨਹੀਂ ਜਨਾਬ। ਉਹ ਇਹੀਓ ਹੋਵੇਗਾ। ਉਹ ਪੁਲਿਸ ਦਾ ਇੱਕ ਬੜਾ ਚਲਾਕ ਤੇ ਛਟਿਆ ਫੂਕਿਆ ਅਫਸਰ ਹੈ, ਜਿਸ ਨੂੰ ਇੱਥੋਂ ਦੀ ਪੁਲਿਸ ਨੇ ਅੰਮ੍ਰਿਤਸਰੋਂ ਬੁਲਾਇਆ ਏ। ਜਨਾਬ ਦਾ ਖਿਆਲ ਦਰੁਸਤ ਹੈ, ਪਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਹੁਣੇ ਮੈਨੂੰ ਇੱਕ ਪੁਲਿਸ ਦਾ ਆਦਮੀ ਦੱਸ ਗਿਆ ਏ। ਅਖੇ ਕੱਲ ਸਾਰਾ ਦਿਨ ਰੂਪ ਲਾਲ ਦੀ ਤਲਾਸ਼ ਲਈ ਕਦੇ ਥਾਣੇ, ਕਦੇ ਹਵਾਲਾਤੇ ਤੇ ਕਦੇ ਮਾਲਖਾਨੇ ਵਿੱਚ ਟੱਕਰਾਂ ਮਾਰਦਾ ਫਿਰਦਾ ਸੀ। ਤਾਂ ਤੇ ਜਨਾਬ ਬੜੀ ਫਿਕਰ ਵਾਲੀ ਗੱਲ ਹੈ। ਪਰ ਜੇ ਚੜਾਵਾਂ ਚੜਾਉਣ ਦੀ ਕੋਸ਼ਿਸ਼। ਵਿੱਚੋਂ ਹੀ ਪ੍ਰਭਦਲ ਬੋਲਿਆ, ਨਹੀਂ ਮੁਲਕ ਰਾਜ, ਮੈਨੂੰ ਇਹ ਵੀ ਉਸ ਆਦਮੀ ਦੀ ਜ਼ੁਬਾਨੀ ਪਤਾ ਲੱਗਾ ਕਿ ਉਹ ਰਿਸ਼ਵਤ ਬਿਲਕੁਲ ਨਹੀਂ ਖਾਂਦਾ। ਥੋੜਾ ਚਿਰ ਠਹਿਰ ਕੇ ਪ੍ਰਭਦਲ ਫਿਰ ਕਹਿਣ ਲੱਗਾ, ਪਰ ਇੱਕ ਤਰੀਕਾ ਹੈ। ਸੁਣਿਆ ਹੈ ਉਹਦੇ ਪਿਓ ਨੂੰ ਜੇ ਚੰਗਾ ਡਬਲ ਚੜਾਇਆ ਜਾਵੇ ਤਾਂ ਸ਼ਾਇਦ ਕੰਮ ਬਣ ਜਾਵੇ। ਪਿਓ ਤੋਂ ਬਿਨਾਂ ਉਹ ਹੋਰ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ। ਜਨਾਬ ਦਾ ਖਿਆਲ ਦਰੁਸਤ ਹੈ, ਫਿਰ ਤਾਂ ਕੋਈ ਔਖੀ ਗੱਲ ਨਹੀਂ। ਮੇਰਾ ਵੀ ਇਹ ਖਿਆਲ ਹੈ ਕਿ ਅੰਮ੍ਰਿਤਸਰ ਉਸਦੇ ਪਿਓ ਤੀਕ ਪਹੁੰਚਿਆ ਜਾਵੇ। ਜਨਾਬ ਦਾ ਫਰਮਾਨ ਬਜਾ ਹੈ। ਮੈਂ ਚਾਹੁੰਦਾ ਹਾਂ ਇਹ ਕੰਮ ਤੂੰ ਹੀ ਕਰੇ, ਕਿਉਂਕਿ ਤੇਰੇ ਵਰਗਾ ਸਿਆਣਾ ਤੇ ਇਤਬਾਰੀ ਆਦਮੀ ਮੈਨੂੰ ਹੋਰ ਕੋਈ ਨਹੀਂ ਲੱਭਦਾ। ਮਾਲਕ ਦੇ ਮੂੰਹੋਂ ਆਪਣੀ ਵਡਿਆਈ ਸੁਣ ਕੇ ਮੁਲਕ ਰਾਜ ਖੁਸ਼ੀ ਨਾਲ ਫੁੱਲ ਗਿਆ। ਉਹ ਬੋਲਿਆ, ਜਨਾਬ ਦਾ ਖਿਆਲ ਦਰੁਸਤ ਹੈ। ਮੈਨੂੰ ਹੁਕਮ ਕਰੋ, ਮੈਂ ਤਿਆਰ ਹਾਂ। ਤੈਨੂੰ ਅੱਜ ਹੀ ਪਹਿਲੀ ਗੱਡੀ ਅੰਮ੍ਰਿਤਸਰ ਜਾਣਾ ਚਾਹੀਦਾ ਹੈ। ਬਹੁਤ ਅੱਛਾ ਜਨਾਬ, ਪਰ ਤੇਰੀ ਬਹਾਦਰੀ ਤਾਂ ਏ ਜੇ ਮਾਮਲਾ ਤੈਅ ਕਰਕੇ ਮੁੜੇ। ਰੁਪਏ ਦਾ ਬਿਲਕੁਲ ਸਰਫਾ ਨਹੀਂ ਕਰਨਾ, ਜੋ ਮੰਗੇ ਸੋਈ ਦੇ ਦੇਵੀਂ। ਬਹੁਤ ਅੱਛਾ ਜਨਾਬ। ਅੱਛਾ, ਤੇ ਕੀ ਕਹਿੰਦਾ ਸੀ ਚੌਂਕੀਦਾਰ? ਉਹ ਫਿਰਦੇ ਪਏ ਸਨ? ਜੀ ਹਾਂ ਜਨਾਬ। ਕੋਈ ਡਰ ਨਹੀਂ, ਗੁਪਤਗੜ੍ਹ ਦਾ ਰਸਤਾ ਉਹਨਾਂ ਨੂੰ ਕਦੇ ਨਹੀਂ ਲੱਭ ਸਕਦਾ। ਜਨਾਬ ਦਾ ਖਿਆਲ ਦਰੁਸਤ ਹੈ। ਅੱਛਾ, ਤੂੰ ਅੱਜ ਤਿਆਰ ਹੋ ਜਾ ਅੰਮ੍ਰਿਤਸਰ ਜਾਣ ਲਈ। ਹੁਣੇ ਥੋੜੀ ਦੇਰ ਤੱਕ ਮੈਨੂੰ ਉਹਦੇ ਘਰ ਦਾ ਪਤਾ ਟਿਕਾਣਾ ਵੀ ਮਾਲੂਮ ਹੋ ਜਾਵੇਗਾ। ਆਦਮੀ ਭੇਜਿਆ ਹੋਇਆ ਏ। ਬਹੁਤ ਅੱਛਾ ਜਨਾਬ, ਕਹਿ ਕੇ ਮੁਲਕ ਰਾਜ ਹੇਠਾਂ ਉਤਰਿਆ। ਧੰਨਵਾਦ।